ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ। ਸਦਾ ਧਨ ਅੰਤਰ ਨਾਮ ਸਮਾਲੇ, ਜੀਵ ਜੰਤ ਜਿਨਹਿ ਪ੍ਰਤਪਾਲੇ। ਮੁਕਤ ਪਦਾਰਥ ਤਿਨ ਕਉ ਪਾਏ, ਹਰਿ ਕੈ ਨਾਮ ਰਤੇ ਲਿਵ ਲਾਏ। ਸਦਾ ਧਨ ਅੰਤਰ ਨਾਮ ਸਮਾਲੇ, ਜੀਵ ਜੰਤ ਜਿਨਹਿ ਪ੍ਰਤਪਾਲੇ। ਮੁਕਤ ਪਦਾਰਥ ਤਿਨ ਕਉ ਪਾਏ, ਹਰਿ ਕੈ ਨਾਮ ਰਤੇ ਲਿਵ ਲਾਏ। ਗੁਰ ਸੇਵਾ ਤੇ ਹਰ ਨਾਮ ਧਨ ਪਾਵੈ, ਅੰਤਰ ਪਰਗਾਸ ਹਰ ਨਾਮ ਧਿਆਵੈ। ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ, ਸ਼ਾਂਤ ਸਿਗਾਰ ਰਾਵੇ ਪ੍ਰਭ ਸੋਏ। ਹਉ ਮੈਂ ਵਿੱਚ ਪ੍ਰਭ ਕੋਇ ਨਾ ਪਾਏ, ਮੂਲੋਂ ਭੁੱਲਾ ਜਨਮ ਗਵਾਏ। ਗੁਰ ਤੇ ਸਾਤ ਸਹਿਜ ਸੁਖ ਬਾਣੀ, ਸੇਵਾ ਸਾਚੀ ਨਾਮ ਸਮਾਣੀ। ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ, ਸਾਚ ਨਾਮ ਵਡਿਆਈ ਪਾਏ। ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮਿਲਾਵਾ ਹੋਏ। ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ। ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਮੁੱਚੇ ਹੀ ਗੁਰਮੁਖ ਮਾਈ ਭਾਈ, ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ
ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਬੜੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਧੰਨ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਸਾਨੂੰ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਆਪਾਂ ਸਮੁੱਚੀਆਂ ਸੰਗਤਾਂ ਰਲ ਮਿਲ ਕਰਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਦੇ ਹਾਂ। ਜੋ ਅੱਜ ਦਾ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਆਓ ਕੁਝ ਸਮੇਂ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਤੀਜਾ। ਤਨਾਸਰੀ ਰਾਗਣੀ ਦੇ ਵਿੱਚ ਇਹ ਪਾਵਨ ਸ਼ਬਦ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਨਿਮਾਣਿਆਂ ਦੇ ਮਾਣ ਗੁਰੂ, ਨਿਤਾਣਿਆਂ ਦੇ ਤਾਣ ਗੁਰੂ, ਨਿਓਟਿਆਂ ਦੀ ਓਟ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 664 ਅੰਗ ਦੇ ਉੱਤੇ ਸੁਭਾਇਮਾਨ ਹੈ। ਇਸ ਪਰਮ ਪਵਿੱਤਰ ਸ਼ਬਦ ਦੇ ਦੁਆਰਾ ਸਤਿਗੁਰੂ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਹਨ। ਸਦਾ ਧਨ ਅੰਤਰ ਨਾਮ ਸਮਾਲੇ। ਜਿਸ ਵੇਲੇ ਆਪ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸੰਗਤਾਂ ਦੀ ਕਲਿਆਣ ਕਰਦਿਆਂ ਹੋਇਆਂ ਨਾਮ ਬਾਣੀ ਦਾ ਉਪਦੇਸ਼ ਦ੍ਰਿੜ ਕਰਵਾ ਰਹੇ ਨੇ, ਉੱਥੇ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ, ਨਾਮ ਦਾ ਪ੍ਰਤਾਪ, ਨਾਮ ਜਪਣ ਦਾ ਜੋ ਲਾਭ ਹੈ, ਨਾਮ ਜਪ ਕਰਕੇ ਕਿਹੜੀ ਅਵਸਥਾ ਦੀ ਪ੍ਰਾਪਤੀ ਹੁੰਦੀ, ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰੋ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਇਹ ਸ਼ਬਦ ਉਚਾਰਨ ਕੀਤਾ। ਸਤਿਗੁਰਾਂ ਦੇ ਬਚਨ ਹਨ, ਸਦਾ ਧਨ ਅੰਤਰ ਨਾਮ ਸੰਭਾਲੇ। ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਰੂਪੀ ਧਨ ਹੈ, ਇਸ ਨੂੰ ਗੁਰੂ ਦੇ ਸਿੱਖਾਂ ਤੋਂ ਸਦਾ ਹਮੇਸ਼ਾ ਵਾਸਤੇ ਆਪਣੇ ਅੰਤਰ ਹਿਰਦੇ ਦੇ ਅੰਦਰ ਸੰਭਾਲੇ, ਇਕੱਠਾ ਕਰਕੇ ਰੱਖ, ਸਾਂਭ ਕੇ ਰੱਖ। ਦੁਨਿਆਵੀ ਜਿਹੜਾ ਧਨ ਹੈ, ਇਸ ਨੂੰ ਮਨੁੱਖ ਆਪਣੇ ਘਰ ਦੇ ਵਿੱਚ ਸੰਚਿਤ ਕਰਕੇ ਰੱਖਦਾ, ਸਾਂਭ ਕੇ ਰੱਖ ਲੈਂਦਾ। ਜ਼ਿਆਦਾ ਹੋਵੇ ਤੇ ਬੈਂਕਾਂ ਵਿੱਚ, ਲੋਕਰਾਂ ਦੇ ਵਿੱਚ ਜਾ ਕਰਕੇ ਉਹਨੂੰ ਸੰਭਾਲ ਕੇ ਰੱਖਦਾ ਹੈ। ਇਸੇ ਪ੍ਰਕਾਰ ਜਿਹੜੇ ਕੋਈ ਜੌਹਰੀਆਂ ਦੇ ਪਾਸ ਹੀਰੇ, ਪੋਖਰਾਜ, ਨੀਲਮ ਤੇ ਮਣੀਆਂ ਆਦਿਕ ਬੇਕੀਮਤੀ ਵਸਤੂਆਂ ਹੁੰਦੀਆਂ, ਉਹਨਾਂ ਨੂੰ ਤਿਜੋਰੀਆਂ ਦੇ ਅੰਦਰ ਸੰਭਾਲ ਕਰਕੇ ਰੱਖਿਆ ਜਾਂਦਾ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਨਾਮ ਰੂਪੀ ਧਨ ਹੈ, ਇਹ ਤੇ ਭਾਈ ਅਸਲੀ ਸੱਚਾ ਧਨ ਹੈ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕੰਮ। ਦੁਨਿਆਵੀ ਧਨ ਤਾਂ ਕੋਈ ਵਿਪਤਾ ਪੈਣ ਤੋਂ ਮਨੁੱਖ ਦਾ ਸਾਰਾ ਹੀ ਲੰਘ ਜਾਂਦਾ, ਖਤਮ ਹੋ ਜਾਂਦਾ। ਕੋਈ ਚੋਰ ਵੀ ਚੋਰੀ ਕਰਕੇ ਲੈ ਜਾਂਦੇ, ਬਹੁਤੇ ਫਿਰ ਹੌਕਾ ਲੈ ਕੇ ਮਰ ਜਾਂਦੇ ਨੇ।
ਇਹ ਸੰਸਾਰੀ ਧਨ ਜਿਹੜਾ ਹੈ ਵਰਤੋਂ ਵਾਸਤੇ ਹੈ, ਪਰੰਤੂ ਇਹ ਜੀਵ ਨੂੰ ਦੁਖਦਾਈ ਬਣਾ ਦਿੰਦਾ ਹੈ। ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਰੂਪੀ ਧਨ ਹੈ, ਇਹ ਤਾਂ ਭਾਈ ਨਾ ਹੋਏ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਇਹ ਨਾਮ ਰੂਪੀ ਧਨ ਵੱਡੇ ਭਾਗਾਂ ਵਾਲੇ ਗੁਰੂ ਦੇ ਪਿਆਰੇ ਗੁਰਸਿੱਖਾਂ ਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਿੱਖਿਆ ਦਿੰਦੇ ਪਏ ਕਿ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਰੂਪੀ ਜਿਹੜਾ ਅਸਲੀ ਧਨ ਹੈ, ਇਹਨੂੰ ਗੁਰੂ ਦੇ ਸਿੱਖਾ ਹਮੇਸ਼ਾ ਵਾਸਤੇ ਆਪਣੇ ਅੰਤਰ ਕਈਏ ਹਿਰਦੇ ਦੇ ਅੰਦਰ ਸੰਭਾਲੇ ਤੋਂ ਸੰਭਾਲ ਕਰਕੇ ਰੱਖਣਾ ਕਰ। ਜੀਉ ਜੰਤ ਜਿਨਹਿ ਪ੍ਰਤਪਾਲੇ। ਇਹ ਨਾਮ ਰੂਪ ਧਨ ਹੈ ਕਿਸ ਦਾ ਦਿੱਤਾ ਹੋਇਆ? ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਹੈ। ਪਰਮਾਤਮਾ ਵਾਹਿਗੁਰੂ ਆਪ ਜਿਹੜਾ ਸਾਧ ਸੰਗਤ ਜੀ ਨਾਮੀ ਹੈ, ਤੇ ਪਰਮਾਤਮਾ ਦਾ ਜਿਹੜਾ ਐਸਾ ਚਿੰਤਨ ਸਿਮਰਨ ਕਰਨਾ, ਇਹ ਪਰਮਾਤਮਾ ਦਾ ਨਾਮ ਹੈ। ਨਾਮੀ ਦੇ ਨਾਲੋਂ ਨਾਮ ਦੇ ਵਿੱਚ ਜ਼ਿਆਦਾ ਤਾਕਤ ਹੈ। ਕਿਸੇ ਮਨੁੱਖ ਨੂੰ ਬੁਲਾਉਣਾ, ਦਰਵਾਜ਼ੇ ਤੇ ਜਾ ਕੇ ਨਾਮ ਲੈ ਦਿਓ, ਆਟੋਮੈਟਿਕ ਹੀ ਮਨੁੱਖ ਬਾਹਰ ਦਰਵਾਜ਼ੇ ਤੇ ਆ ਕੇ ਖੜ ਜਾਂਦਾ। ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਤੇ ਉਸ ਦਾ ਨਾਮ ਚਿੰਤਨ ਕਰ ਲੈ, ਸਿਮਰਨ ਕਰ ਲੈ, ਆਟੋਮੈਟਿਕ ਹੀ ਹਿਰਦੇ ਦੀ ਸ਼ੁੱਧੀ ਹੋ ਜਾਵੇਗੀ, ਮਨ ਦੀਆਂ ਮੈਲਾਂ ਮਿਟ ਜਾਣਗੀਆਂ ਤੇ ਪਰਮਾਤਮਾ ਦਾ ਦੀਦਾਰ ਤੈਨੂੰ ਸਖਿਆਤ ਹੋ ਸਕਦਾ ਹੈ। ਜੀ ਜੰਤ ਜਿਨਹਿ ਪ੍ਰਤਪਾਲੇ, ਇਹ ਉਸ ਪਰਮਾਤਮਾ ਵਾਹਿਗੁਰੂ ਜੀ ਦਾ ਅਸਲੀ ਨਾਮ ਰੂਪੀ ਧਨ ਹੈ, ਜਿਸ ਵਾਹਿਗੁਰੂ ਨੇ ਜੀ ਦਾ ਅਰਥ ਜਿਹੜੇ ਸਥੂਲ ਜੀਵ ਨੇ, ਸਾਹਮਣੇ ਦਿਸਦੇ ਨੇ, ਤੇ ਇਸ ਪ੍ਰਕਾਰ ਕੋਈ ਹਾਥੀ ਤੱਕ ਕੀੜੀ ਤੋਂ ਲੈ ਕਰਕੇ ਤੇ ਬਾਕੀ ਜਿਹੜੇ ਜੰਤ ਹੋਇਆ ਕਰਦੇ, ਇਹ ਸੂਖਮ ਜਿਹੜੇ ਖੁਰਦਬੀਨਾਂ ਨਾਲ, ਦੂਰਬੀਨਾਂ, ਸੂਖਮ ਦਰਸ਼ੀਆਂ ਨਾਲ ਵੇਖੇ ਜਾਂਦੇ, ਤੇ ਇਹਨਾਂ ਨੂੰ ਸਾਧ ਸੰਗਤ ਜੀ ਜੰਤ ਕਿਹਾ ਜਾਂਦਾ। ਜਿਸ ਪਰਮਾਤਮਾ ਵਾਹਿਗੁਰੂ ਜੀ ਨੇ ਸਥੂਲ ਤੇ ਸੂਖਮ ਜੀ ਜੰਤ ਵੱਡੇ ਤੋਂ ਲੈ ਕੇ ਛੋਟਿਆਂ ਤੱਕ, ਛੋਟੇ ਤੋਂ ਲੈ ਕੇ ਵੱਡਿਆਂ ਤੋਂ ਵੱਡੇ ਜੀਵਾਂ ਦੇ ਤਾਈਂ, ਪ੍ਰਤ ਦਾ ਅਰਥ ਹੈ ਤਾਈਂ, ਪਾਲੇ ਪਾਲਣਾ ਕੀਤੀ ਹੈ। ਸਾਰੇ ਜੀਵਾਂ ਦੀ ਜਿਹੜਾ ਪਰਮਾਤਮਾ ਪਾਲਣਾ ਕਰਦਾ ਹੈ। ਮੁਕਤ ਪਦਾਰਥ ਤਿਨ ਕਉ ਪਾਏ। ਇਹ ਗੁਰੂ ਦਾ ਜਿਹੜਾ ਪਰਮਾਤਮਾ ਦਾ, ਪਰਮੇਸ਼ਰ ਦਾ ਨਾਮ ਹੈ ਭਾਈ, ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਇਸ ਨਾਮ ਨੂੰ ਜਪਦੇ ਨੇ, ਤਿੰਨ ਕੋ ਉਹਨਾਂ ਨੂੰ ਐਸੀ ਜਿਹੜੀ ਮੁਕਤੀ ਦਾ ਪਦਾਰਥ ਹੈ ਪਾਏ, ਪ੍ਰਾਪਤ ਹੋ ਜਾਂਦਾ। ਕੁਝ ਮੁਕਤੀਆਂ ਹੇਠਲੀਆਂ ਬੈਕੁੰਠ ਧਾਮਾਂ ਦੀਆਂ ਮੰਨਦੇ ਨੇ, ਸ਼ਲੋਕ, ਸਰੂਪ, ਸਮੀਪ ਤੇ ਸਜੁਜ। ਸ਼ਲੋਕ ਹੁੰਦਾ ਜਿਸ ਕਿਸੇ ਇਸ਼ਟ ਦੀ, ਕਿਸੇ ਗੁਰੂ ਪੀਰ ਦੀ ਅਰਾਧਨਾ ਕਰਨੀ ਤੇ ਉਹਦੇ ਲੋਕ ਵਿੱਚ ਚਲੇ ਜਾਣਾ, ਉੱਥੇ ਤੱਕ ਹੀ ਪਹੁੰਚ ਹੋਣੀ, ਇਹਨੂੰ ਸ਼ਲੋਕ ਮੁਕਤੀ ਮੰਨਦੇ ਨੇ। ਸਰੂਪ ਹੁੰਦੀ ਹੈ ਜਿਹਦੀ ਅਰਾਧਨਾ ਕਰਦਿਆਂ ਕਰਦਿਆਂ ਅੰਤਲੇ ਸਮੇਂ ਉਹਦਾ ਰੂਪ ਹੀ ਬਣ ਜਾਣਾ, ਉਹਦੇ ਵਰਗੀ ਅੰਗ ਪ੍ਰਤੰਗ, ਚਿਹਰਾ ਮੁਹਾਂਦਰਾ ਉਹਦੇ ਨਾਲ ਹੀ ਜਾ ਕੇ ਮਿਲ ਜਾਣਾ, ਸਰੂਪ ਮੁਕਤੀ ਹੈ। ਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਸਮੀਪ ਮੁਕਤੀ ਹੈ, ਆਪਣੇ ਇਸ਼ਟ ਗੁਰਦੇਵ ਦੇ, ਗੁਰੂ ਪੀਰ ਦੇ ਬਹੁਤ ਹੀ ਸਮੀਪ ਨੇੜੇ ਚਲੇ ਜਾਣਾ, ਉਹਨੇ ਸਦਾ ਹੀ ਆਪਣੇ ਅੰਗ ਸੰਗ ਬਣਾ ਕੇ ਰੱਖਣਾ। ਅੱਗੇ ਸਜੁਜ ਮੁਕਤੀ ਹੋਇਆ ਕਰਦੀ, ਤੇ ਜਿਸ ਦੇ ਅੰਦਰ ਸਾਰਾ ਕੁਝ ਸੇਵਕ ਨੂੰ ਮਿਲ ਜਾਂਦਾ, ਰਿੱਧੀਆਂ ਸਿੱਧੀਆਂ ਤਾਕਤਾਂ, ਸਾਰੀਆਂ ਸ਼ਕਤੀਆਂ ਹਾਸਲ ਹੋ ਜਾਂਦੀਆਂ, ਤੇ ਉੱਥੇ ਦੋ ਚੀਜ਼ਾਂ ਨਹੀਂ ਮਿਲਦੀਆਂ। ਇੱਕ ਸੰਸਾਰ ਦੀ ਜਿਹੜੀ ਜੀਵਾਂ ਦੀ ਪੈਦਾਇਸ਼ ਕਰਨੀ, ਤੇ ਦੂਸਰਾ ਜੀਵਾਂ ਦਾ ਸੰਘਾਰ ਕਰਨਾ। ਇਹ ਸ਼ਕਤੀਆਂ ਨਹੀਂ ਉੱਥੇ ਜਾ ਕੇ ਸਜੁਜ ਮੁਕਤੀ ਵਿੱਚ ਮਿਲਦੀਆਂ। ਇਹ ਚਾਰ ਜਿਹੜੀਆਂ ਹੇਠਲੀਆਂ ਬੈਕੁੰਠ ਦੀਆਂ ਮੁਕਤੀਆਂ ਨੇ, ਇਹਨਾਂ ਤੋਂ ਉੱਪਰ ਹੈ ਜਿਹੜੀ ਸਾਧ ਸੰਗਤ ਜੀ ਕੇਵਲ ਮੋਕਸ਼ਤਾ, ਪਰਮਾਤਮਾ ਦੇ ਵਿੱਚ ਜਾ ਕਰਕੇ ਲੀਨ ਹੋ ਜਾਣਾ, ਵਾਹਿਗੁਰੂ ਜੀ ਵਰਗਾ ਹੀ ਉਹਦਾ ਸਰੂਪ ਬਣ ਜਾਣਾ। ਤੇ ਇਹ ਜਿਹੜੀ ਐਸੀ ਕੇਵਲ ਮੋਕਸ਼ਤਾ ਹੈ, ਉਹਨਾਂ ਗੁਰੂ ਦੇ ਪਿਆਰਿਆਂ ਨੇ ਪਾਏ, ਪ੍ਰਾਪਤ ਕੀਤੀ ਹੈ। ਹਰ ਕੈ ਨਾਮ ਰਤੇ ਲਿਵ ਲਾਏ। ਜਿਨ੍ਹਾਂ ਨੇ ਆਪਣੀ ਲਿਵ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਤੇ ਗੁਰੂ ਦੇ ਨਾਮ ਦੇ ਵਿੱਚ ਲਾ ਦਿੱਤੀ ਹੈ, ਜਿਨ੍ਹਾਂ ਦੀ ਸੁਰਤ ਨਾਮ ਦੇ ਵਿੱਚ ਖਾਚਤ ਹੋ ਗਈ, ਫਿਰ ਨਾਮ ਦੇ ਵਿੱਚ ਉਹ ਰੱਤੇ ਰੰਗੇ ਗਏ ਨੇ।
ਜਿਨ੍ਹਾਂ ਨੂੰ ਐਸਾ ਰੰਗ ਚੜ ਜਾਂਦਾ ਪਰਮਾਤਮਾ ਦੇ ਨਾਮ ਦਾ, ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਉਹਨਾਂ ਦੇ ਸਰੀਰ ਫਟ ਜਾਂਦੇ ਨੇ, ਬੰਦ ਕੱਟੇ ਜਾਂਦੇ, ਧੜਾਂ ਨਾਲੋਂ ਸੀਸ ਲੱਥ ਜਾਂਦੇ, ਖੋਪੜੀਆਂ ਲਹਿ ਜਾਂਦੀਆਂ, ਪੁੱਠੀਆਂ ਖੱਲਾਂ ਉਤਰ ਜਾਂਦੀਆਂ, ਪਰੰਤੂ ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗ ਜਾਂਦਾ ਉਹ ਲਹਿੰਦਾ ਨਹੀਂ ਹੈ। ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਕਹਿੰਦੇ, ਮੁਕਤੀ ਰੂਪੀ ਪਦਾਰਥ ਉਹਨਾਂ ਗੁਰਮੁਖਾਂ ਨੇ ਪਾਏ ਪ੍ਰਾਪਤ ਕੀਤਾ ਹੈ ਜਿਹੜੇ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਵਿੱਚ ਰੱਤੇ ਰੰਗੇ ਗਏ, ਜਿਨ੍ਹਾਂ ਦੀ ਲਿਵ ਸੁਰਤ ਨਾਮ ਦੇ ਵਿੱਚ ਇਸਤਤ ਹੋ ਜਾਂਦੀ ਹੈ। ਗੁਰ ਸੇਵਾ ਤੇ ਹਰ ਨਾਮ ਧਨ ਪਾਵੈ। ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਨਾਮ ਰੂਪੀ ਧਨ ਬਹੁਤ ਹੀ ਬੜਮੁੱਲੀ ਜਿਹੜੀ ਦਾਤ ਹੈ, ਇਹ ਪ੍ਰਾਪਤ ਕਿੱਥੋਂ ਹੁੰਦੀ ਹੈ? ਤਾਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਗੁਰ ਸੇਵਾ ਤੇ ਹਰ ਨਾਮ ਧਨ ਪਾਵੈ। ਗੁਰੂ ਦੀ ਸੇਵਾ ਕਰਨ ਦੇ ਨਾਲ ਭਾਈ ਨਾਮ ਰੂਪੀ ਧਨ ਨੂੰ ਪਾਵੈ, ਪ੍ਰਾਪਤ ਕਰੀਦਾ ਹੈ। ਗੁਰੂ ਪਰਮੇਸ਼ਰ ਰੂਪ ਹੈ ਤੇ ਪਰਮਾਤਮਾ ਚਾਹੇ ਗੁਰੂ ਚਾਹੇ, ਜਿਸ ਵੇਲੇ ਸੇਵਕ ਦੀ ਸੇਵਾ ਥਾਏ ਪੈ ਜਾਂਦੀ, ਉਸੇ ਵੇਲੇ ਨਾਮ ਰੂਪ ਧਨ ਨੂੰ ਹਿਰਦੇ ਦੇ ਵਿੱਚੋਂ ਸਖਿਆਤ ਪ੍ਰਗਟ ਕਰ ਦਿੰਦੇ ਨੇ। ਗੁਰੂ ਦੀ ਸੇਵਾ ਕਰਕੇ, ਕਿਉਂਕਿ ਸੇਵਾ ਦੇ ਨਾਲ ਨਿਰਮਾਣਤਾ ਆ ਜਾਂਦੀ, ਤੇ ਜਦੋਂ ਸੇਵਾ ਹੋਵੇਗੀ ਹੱਥਾਂ ਨਾਲ, ਫਿਰ ਉੱਥੇ ਨਿਮਰਤਾ ਹੋਵੇਗੀ, ਹੰਕਾਰ ਮਿਟ ਜਾਂਦਾ। ਨਿਮਰਤਾ ਜਿਹੜਾ ਨਿਮਾਣਾ ਹਿਰਦਾ ਹੈ, ਨੀਵੇਂ ਥਾਵੇਂ ਪਾਣੀ ਆਟੋਮੈਟਿਕ ਹੀ ਖੜ ਜਾਂਦਾ। ਟਿੱਬਿਆਂ ਦੇ ਉੱਤੇ ਪਹਾੜਾਂ ਤੇ ਪਾਣੀ ਲੈ ਕੇ ਜਾਣਾ ਲੱਖਾਂ ਸਾਧਨ ਕਰਨੇ ਪੈਂਦੇ ਨੇ। ਗੁਰੂ ਦੀ ਸੇਵਾ ਕਰਕੇ ਸਿੱਖ ਦੇ ਹਿਰਦੇ ਅੰਦਰ ਨਿਰਮਾਣਤਾ ਭਾਵ ਆ ਜਾਂਦਾ। ਜਦੋਂ ਨਿਮਰਤਾ ਆ ਜਾਂਦੀ, ਆਟੋਮੈਟਿਕ ਹੀ ਨਾਮ ਰੂਪ ਧਨ ਹਿਰਦੇ ਵਿੱਚ ਆ ਕੇ ਟਿਕ ਜਾਂਦਾ ਹੈ। ਗੁਰੂ ਦੀ ਸੇਵਾ ਕਰਨ ਦੇ ਨਾਲ ਨਾਮ ਰੂਪ ਧਨ ਦੀ ਪਾਵੈ ਪ੍ਰਾਪਤੀ ਕਰੀਦੀ ਹੈ। ਅੰਤਰ ਪਰਗਾਸ ਹਰ ਨਾਮ ਧਿਆਵੈ। ਨਾਮ ਜਪਣ ਦਾ ਸਤਿਗੁਰੂ ਪਾਤਸ਼ਾਹ ਲਾਭ ਦੱਸਦੇ ਨੇ। ਜਿਹੜਾ ਗੁਰੂ ਦਾ ਪਿਆਰਾ ਹਰੀ ਦੇ ਨਾਮ ਨੂੰ ਧਿਆਵੇ, ਧਿਆਉਂਦਾ ਹੈ ਧਿਆਕਾਰ ਬਿਰਤੀ ਦੇ ਦੁਆਰਾ, ਫਿਰ ਉਸ ਗੁਰਸਿੱਖ ਦੇ ਅੰਦਰ ਜਪੇ ਹੋਏ ਨਾਮ ਦੇ ਸਦਕਾ ਪਰ ਵਿਸ਼ੇਸ਼ ਕਰਕੇ ਗਾਸ ਗਿਆਨ ਹੋ ਜਾਂਦਾ ਹੈ। ਅੰਤਰ ਆਤਮੈ ਗਿਆਨ ਇੱਕ ਤੇ ਸੰਸਾਰੀ ਜਿਹੜੀ ਨੌਲੇਜ ਵਧਾਉਣ ਵਾਸਤੇ ਕਿਤਾਬਾਂ ਪੁਸਤਕਾਂ ਦਾ ਗਿਆਨ ਹੈ। ਇੱਕ ਹੁੰਦਾ ਗੁਰਮੁਖਾਂ ਦੇ ਅੰਦਰ ਅਨੁਭਵਤਾ ਦਾ ਗਿਆਨ। ਸਿਮਰਨ ਕਰਨ ਵਾਲਾ ਨੇਤਰ ਮੂੰਦ ਕਰਕੇ ਤਰਲੋਕੀ ਨੂੰ ਵੇਖ ਸਕਦਾ, ਕਿਹੜਾ ਜੀਵ, ਕੀੜੀ ਵਰਗਾ ਜੀਵ ਕਿੱਥੇ ਕੀ ਕਰਦਾ ਪਿਆ। ਸਾਡੀਆਂ ਜਿਹੜੀਆਂ ਦ੍ਰਿਸ਼ਟੀਆਂ ਚਮੜੇ ਨੂੰ ਪਰਖਣ ਵਾਲੀਆਂ ਸਰੀਰਾਂ ਦੀ ਪਰਖ ਕਰਦੇ, ਤੇ ਗੁਰੂ ਦੇ ਪਿਆਰੇ ਸਿਮਰਨ ਕਰਨ ਵਾਲੇ ਅੰਤਰ ਆਤਮੈ ਟੁੰਬਦੇ ਨੇ। ਇਹ ਰੂਹ ਕਿਹੜੀ ਹੈ, ਕਿਹੜੀ ਜੂਨ ਵਿੱਚੋਂ ਆਈ, ਪਿਛਲਾ ਜਨਮ ਕੀ ਸੀ ਤੇ ਕੀ ਇਹਦੇ ਕਰਮ ਹਨ, ਉਹ ਇਸ ਪ੍ਰਕਾਰ ਵੇਖ ਲੈਂਦੇ ਨੇ। ਇਹ ਜਿਹੜਾ ਐਸਾ ਗਿਆਨ ਹੈ, ਅੰਤਰ ਆਤਮੈ ਪ੍ਰਗਾਸ਼ ਹੈ, ਇਹ ਪਰਮਾਤਮਾ ਦੇ ਨਾਮ ਦੇ ਸਦਕਾ ਹੁੰਦਾ ਹੈ। ਹਰੀ ਦੇ ਨਾਮ ਨੂੰ ਜਿਹੜਾ ਗੁਰਮੁਖ ਪਿਆਰਾ ਧਿਆਉਣਾ ਕਰਦਾ, ਉਹਦੇ ਅੰਦਰ ਐਸਾ ਅਨੁਭਵਤਾ ਦਾ ਪ੍ਰਕਾਸ਼, ਜਿਹੜਾ ਗਿਆਨ ਸਤਿਗੁਰੂ ਜੀ ਪ੍ਰਗਟ ਕਰ ਦਿੰਦੇ ਹਨ। ਰਹਾਉ ਵਿਸਰਾਮ ਦੇ ਕੇ, ਅਸਥਾਈ ਦੇ ਕੇ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ। ਇਹੋ ਹਰ ਰੰਗ ਗੂੜਾ ਧਨ ਪਿਰ ਹੋਏ। ਇਹ ਜਿਹੜਾ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ, ਪਰਮਾਤਮਾ ਗੁਰੂ ਦੇ ਪ੍ਰੇਮ ਦਾ ਜਿਹੜਾ ਲਾਲ ਰੰਗ ਗੂੜਾ ਅਤਿਅੰਤ ਹੀ ਐਸਾ ਗੁੜਤਣਤਾ ਵਾਲਾ ਹੈ, ਜਿਹੜਾ ਕਦੇ ਫਿੱਕਾ ਨਹੀਂ ਹੁੰਦਾ, ਕਦੇ ਖਰਾਬ ਨਹੀਂ ਹੁੰਦਾ। ਐਸਾ ਨਾਮ ਰੂਪੀ ਰੰਗ ਤੇ ਜਿਨ੍ਹਾਂ ਗੁਰਮੁਖਾਂ ਨੂੰ ਪਿਆਰਿਆਂ ਨੂੰ ਮਿਲ ਜਾਂਦਾ ਹੈ। ਫਿਰ ਅਕਾਲ ਪੁਰਖ ਪਤੀ ਪਰਮੇਸ਼ਰ ਦਾ ਨਾਮ ਦਾ ਰੰਗ ਜਿਨ੍ਹਾਂ ਨੂੰ ਮਿਲ ਗਿਆ, ਉਹ ਧਨਤਾ ਦੇ ਯੋਗ ਜੀਵ ਰੂਪ ਇਸਤਰੀਆਂ ਬਣ ਜਾਂਦੀਆਂ ਨੇ। ਤੇ ਐਸੀਆਂ ਜੀਵ ਰੂਪ ਇਸਤਰੀਆਂ ਧਨਤਾ ਦੇ ਯੋਗ ਹਨ, ਜਿਨ੍ਹਾਂ ਨੂੰ ਨਾਮ ਦਾ ਗੂੜਾ ਰੰਗ ਲੱਗ ਜਾਂਦਾ ਹੈ। ਸਾਤ ਸਿਗਾਰ ਰਾਵੇ ਪ੍ਰਭ ਸੋਏ। ਨਾਮ ਜਪਦਿਆਂ ਹੋਇਆਂ ਐਸਾ ਪ੍ਰੇਮ ਦਾ ਰੰਗ ਜਦੋਂ ਲੱਗ ਜਾਂਦਾ, ਉਹਦੀਆਂ ਨਿਸ਼ਾਨੀਆਂ ਕੀ ਹੋਣਗੀਆਂ? ਪਹਿਲੇ ਨੰਬਰ ਤੇ ਨਾਮ ਜਪਣ ਵਾਲੇ ਦੇ ਹਿਰਦੇ ਅੰਦਰ ਪੂਰਨ ਸ਼ਾਂਤੀ ਵਰਤ ਜਾਵੇਗੀ। ਸੰਸਾਰ ਵੱਲ ਵੀ ਨਜ਼ਰ ਮਾਰੇਗਾ, ਉਹ ਕਹੇਗਾ ਸੰਸਾਰ ਹੀ ਸ਼ਾਂਤ ਰੂਪ ਹੈ। ਜਿੱਧਰ ਨਜ਼ਰ ਜਾਂਦੀ ਸਾਰਾ ਕੁਝ ਸ਼ਾਂਤ ਸਰੂਪ ਵੇਖਦਾ ਹੈ।
ਉਹਦੇ ਅੰਦਰ ਜੀਵਨ ਵਿੱਚ ਸ਼ਾਂਤੀ ਆ ਜਾਂਦੀ, ਟਿਕਾ ਆ ਜਾਂਦਾ, ਤੇ ਉਹਦੇ ਸਦਕਾ ਫਿਰ ਸ਼ਿੰਗਾਰ ਜਿਹੜਾ ਸ਼ਾਂਤੀ ਦਾ ਸ਼ਿੰਗਾਰ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਸਾਧ ਸੰਗਤ ਧਾਰਨ ਕਰ ਲੈਂਦਾ, ਅੰਗ ਬਣਾ ਲੈਂਦਾ, ਉਹ ਪ੍ਰਭੂ ਪਰਮਾਤਮਾ ਸੋਏ ਤਤ ਪਾਦੇ ਲੱਖ ਅਰਥ ਪਰਮੇਸ਼ਰ ਨੂੰ ਰਾਵੇ ਕਹੀਏ ਭੋਗਣਾ ਮਾਨਣਾ ਕਰਦਾ, ਆਨੰਦ ਮਾਣਦਾ ਹੈ। ਉਸ ਪਰਮਾਤਮਾ ਵਾਹਿਗੁਰੂ ਦੇ ਆਨੰਦ ਨੂੰ ਉਹ ਭੋਗਣਾ ਕਰਦਾ ਹੈ। ਹਉ ਮੈਂ ਵਿੱਚ ਪ੍ਰਭ ਕੋਏ ਨਾ ਪਾਏ। ਜੇ ਕੋਈ ਕਹਿ ਦੇਵੇ ਵੀ ਮੈਂ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਇਹ ਹਉਮੈ ਬੋਲਦੀ ਬੰਦੇ ਵਿੱਚ। ਮੇਰੇ ਵਿੱਚ ਗੁਣ ਹਨ, ਮੇਰੇ ਕੋਲ ਗਿਆਨ ਹੈ, ਮੇਰੇ ਕੋਲ ਪਰਮਾਤਮਾ ਦਾ ਸਰੂਪ ਹੈ, ਉਹਦੀ ਵਿਚਾਰ ਮੈਂ ਤੁਹਾਨੂੰ ਸਮਝਾਵਾਂ, ਇਹ ਸਾਧ ਸੰਗਤ ਜੀ ਹਉਮੈ ਹੈ। ਜਿੱਥੇ ਮੈਂ ਕਰਦਾ ਹੈ ਬੰਦਾ, ਗੁਰੂ ਦਾ ਸਿੱਖ ਸਾਧ ਸੰਗਤ ਜੀ ਇਸ ਹਉਮੈ ਤੋਂ ਨਿਰਲੇਪ ਰਹਿੰਦਾ ਹੈ। ਸੰਗਤ ਵਿੱਚੋਂ ਇਹ ਗੁਣ ਸਿੱਖੇ ਜਾਂਦੇ, ਕਮਾਈ ਵਾਲਿਆਂ ਦੀ ਸੰਗਤ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ। ਹਉਮੈ ਵਿੱਚ ਪ੍ਰਭ ਕੋਏ ਨਾ ਪਾਏ, ਜਿਹੜੀ ਹਉਮੈ ਹੈ ਸਾਧ ਸੰਗਤ, ਇਹਦੇ ਅੰਦਰ ਹਿਰਦੇ ਵਿੱਚ ਹੋਣ ਕਰਕੇ ਤਾਂ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਾਇਆ। ਗੁਰਬਾਣੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਹਉਮੈ ਵਿੱਚ ਤਾਂ ਸੇਵਾ ਹੀ ਨਹੀਂ ਹੁੰਦੀ ਮਨੁੱਖ ਦੇ ਪਾਸੋਂ, ਨਿਰਮਾਣਤਾ ਵਾਲਾ ਹੀ ਸੇਵਾ ਕਰੇਗਾ। ਜਿੱਥੇ ਹਉਮੈ ਹੈ ਸਾਧ ਸੰਗਤ, ਉੱਥੇ ਪਰਮਾਤਮਾ ਦਾ ਨਾਮ ਨਹੀਂ ਆਉਣਾ। ਜਿੱਥੇ ਨਾਮ ਨਹੀਂ ਜਪਿਆ, ਉੱਥੇ ਸ਼ਾਂਤੀ ਨਹੀਂ ਹੋਵੇਗੀ। ਜਿੱਥੇ ਹਿਰਦਾ ਸ਼ਾਂਤ ਨਹੀਂ ਹੋਇਆ, ਉੱਥੇ ਸਹਿਜ ਗਿਆਨ ਨਹੀਂ ਹੋਵੇਗਾ। ਜਿੱਥੇ ਗਿਆਨ ਨਹੀਂ ਆਇਆ, ਤੇ ਉੱਥੇ ਸੁੱਖ ਆਨੰਦ ਦੀ ਪ੍ਰਾਪਤੀ ਨਹੀਂ ਹੋਣੀ। ਇਹ ਸਾਰਾ ਕੁਝ ਹੀ ਝੂਠਾ ਹੈ। ਹਉਮੈ ਵਿੱਚ ਜਿਹੜਾ ਜੀਵ ਕਹਿੰਦਾ ਹੈ ਹਉਮੈ ਵਿੱਚ ਪ੍ਰਭ ਕੋਏ ਨਾ ਪਾਏ, ਕਿਸੇ ਨੇ ਵੀ ਅੱਜ ਤੱਕ ਭਾਈ ਹਉਮੈ ਦੇ ਸੰਯੁਕਤ ਹੋ ਕੇ ਪਰਮਾਤਮਾ ਨੂੰ ਪਾਉਣਾ ਨਹੀਂ ਕੀਤਾ, ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕੀਤੀ ਹੈ। ਮੂਲੋਂ ਭੁੱਲਾ ਜਨਮ ਗਵਾਏ। ਸਾਡਾ ਸਾਰਿਆਂ ਦਾ ਮੁੱਲ, ਜਿਹੜਾ ਮੂਲ ਜੜ ਕੀ ਹੈ, ਸਾਡਾ ਧੁਰਾ ਕੀ ਹੈ, ਉਹ ਅਕਾਲ ਪੁਰਖ ਪਰਮਾਤਮਾ ਹੈ। ਉਸ ਵਾਹਿਗੁਰੂ ਮੁੱਢ ਦੇ ਨਾਲੋਂ ਤਾਂ ਭੁੱਲਾ ਇਹ ਭੁੱਲ ਗਿਆ। ਜਿਵੇਂ ਕੋਈ ਜੜ ਦੇ ਨਾਲੋਂ ਭੁੱਲ ਕਰਕੇ ਦਰਖਤ ਦੀਆਂ ਟਹਿਣੀਆਂ ਨੂੰ ਧੋਈ ਜਾਵੇ, ਪੱਤਿਆਂ ਨੂੰ ਪਾਣੀ ਦੇਈ ਜਾਵੇ, ਜੜਾਂ ਵਿੱਚ ਪਾਣੀ ਪਾਵੇ ਹੀ ਨਾ, ਫਿਰ ਸਾਧ ਸੰਗਤ ਉਸ ਮਨੁੱਖ ਨੂੰ ਕੋਈ ਸਮਝਦਾਰ ਨਹੀਂ ਕਹੇਗਾ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਤੇ ਸਾਰੇ ਸੰਸਾਰ ਦਾ ਤਰਲੋਕੀ ਦਾ ਜੜ ਰੂਪ ਹੈ। ਦੇਵੀ ਦੇਵਤੇ ਪੀਰ ਪੈਗੰਬਰ ਔਲੀਏ ਅਵਤਾਰ ਇਹ ਟਹਿਣੀਆਂ ਪੱਤਿਆਂ ਦੀ ਨਿਆਈ ਚਮਕਦੇ ਨੇ, ਪਰੰਤੂ ਇਹ ਜਿਹੜਾ ਜੀਵ ਹੈ ਇਹ ਮੂਲੋਂ ਪਰਮਾਤਮਾ ਨੂੰ ਮੁੱਢ ਤੋਂ ਭੁੱਲ ਗਿਆ। ਦੇਵੀ ਦੇਵਤਿਆਂ ਪੀਰਾਂ ਪੈਗੰਬਰਾਂ ਮੜੀਆਂ ਮਸਾਣਾ ਕਬਰਾਂ ਇਹਨਾਂ ਨੂੰ ਪੂਜਣ ਵਾਸਤੇ ਤੁਰ ਪਿਆ ਵੀ ਸ਼ਾਇਦ ਇੱਥੋਂ ਹੀ ਖੁਸ਼ੀਆਂ ਮਿਲ ਜਾਣਗੀਆਂ, ਪਰੰਤੂ ਸਤਿਗੁਰੂ ਕਹਿੰਦੇ ਇਹਦਾ ਤੈਨੂੰ ਕੀ ਪ੍ਰਾਪਤ ਹੋਵੇਗਾ? ਫਲ ਜਨਮ ਗਵਾਏ। ਮਨੁੱਖਾ ਜਨਮ ਨੂੰ ਤੂੰ ਗਵਾ ਲਵੇਂਗਾ। ਕਦੇ ਇੱਕ ਪੀਰ ਨੇ ਨਾਰਾਜ਼ ਹੋ ਜਾਣਾ, ਫਿਰ ਦੂਜੇ ਦੀ ਮਨੌਤ ਕਰਨ ਲੱਗ ਜਾਵੀਂ, ਉਹਨੇ ਨਾਰਾਜ਼ ਹੋਣਾ, ਫਿਰ ਤੀਜੇ ਦੇ ਜਾ ਕੇ ਦਰਵਾਜ਼ੇ ਤੇ ਬੈਠ ਜਾਈਂ। ਕਿਉਂ ਨਾ ਸਾਰਿਆਂ ਨੂੰ ਛੱਡ ਕੇ ਮੂਲ ਜੜ ਰੂਪ ਪਰਮਾਤਮਾ ਦਾ ਚਿੰਤਨ ਕਰ। ਜਿਹਨੇ ਜੜ ਵਿੱਚ ਪਾਣੀ ਪਾ ਦਿੱਤਾ, ਪੱਤਿਆਂ ਦੀਆਂ ਟਹਿਣੀਆਂ ਦੀਆਂ ਫਲਾਂ ਤੇ ਫੁੱਲਾਂ ਦੀਆਂ ਖੁਸ਼ੀਆਂ ਲੈ ਜਾਂਦਾ। ਇਸੇ ਪ੍ਰਕਾਰ ਪਰਮਾਤਮਾ ਦਾ ਸਿਮਰਨ ਕਰ, ਸਾਰਿਆਂ ਦੀ ਅਰਾਧਨਾ ਵਿੱਚ ਹੀ ਆ ਜਾਂਦੀ ਹੈ। ਮੂਲੋਂ ਭੁੱਲਾ, ਮੂਲ ਜੜ ਦੇ ਨਾਲੋਂ ਪਰਮਾਤਮਾ ਦੇ ਨਾਲੋਂ ਤਾਂ ਭੁੱਲਿਆ ਪਿਆ ਹੈ। ਮਨੁੱਖਾ ਜਨਮੇ ਨੇ ਅਜਾਈ ਗਵਾ ਲੈਣਾ ਕੀਤਾ। ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ। ਜਿਹੜੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਨਿਰੰਕਾਰ ਦੀ ਪਰਮਾਤਮਾ ਦੇ ਦੇਸ਼ ਵਿੱਚੋਂ ਆਈ ਹੋਈ ਗੁਰੂ ਦੀ ਬਾਣੀ ਹੈ, ਇਸ ਬਾਣੀ ਨੂੰ ਪੜ੍ਹਨ ਦਾ ਲਾਭ ਕੀ ਹੋਵੇਗਾ? ਗੁਰੂ ਦੀ ਬਾਣੀ ਕਰਕੇ ਅੰਦਰ ਤੇਰੇ ਸ਼ਾਂਤੀ ਵਰਤੇਗੀ। ਬਾਣੀ ਸੁਣਦਿਆਂ, ਬਾਣੀ ਪੜ੍ਹਦਿਆਂ ਕਿੰਨਾ ਮਨ ਨੂੰ ਧਰਵਾਸਾ ਆਉਂਦਾ, ਮਨ ਟਿਕਾ ਵਿੱਚ ਆ ਜਾਂਦਾ। ਕਿੱਡਾ ਵੀ ਦੁੱਖ ਕਿਉਂ ਨਾ ਹੋਵੇ, ਬੜੀ ਸ਼ਾਂਤੀ ਮਿਲਦੀ ਜਦੋਂ ਬਾਣੀ ਨੂੰ ਸੁਣਦਾ ਕੋਈ ਪੜ੍ਹਦਾ ਹੈ। ਪਹਿਲੇ ਨੰਬਰ ਤੇ ਸ਼ਾਂਤੀ ਆ ਜਾਣੀ ਬਾਣੀ ਕਰਕੇ। ਫਿਰ ਬਾਣੀ ਦਾ ਹੋਰ ਜਦੋਂ ਟਿਕ ਕਰਕੇ ਸ਼ਾਂਤ ਰੂਪ ਹੋ ਕਰਕੇ ਅਭਿਆਸ ਕਰੇਗਾ, ਫਿਰ ਸਹਿਜ ਇਹਦੇ ਅੰਦਰ ਟਿਕਾ ਆਵੇਗਾ ਤੇ ਸਹਿਜ ਗਿਆਨ ਦੀ ਅਵਸਥਾ ਪ੍ਰਾਪਤ ਹੋਵੇਗੀ। ਗਿਆਨ ਤੋਂ ਬਾਅਦ ਫਿਰ ਸੁਖ ਸੱਸੇ ਔਂਕੜ ਤੇ ਖੱਖੇ ਨੂੰ ਵੀ ਔਂਕੜ ਲੱਗਿਆ।
ਇੱਕ ਸੁੱਖ ਜਿਹੜਾ ਬ੍ਰਹਮਾਨੰਦ ਦਾ ਸੁੱਖ ਪਰਮਾਤਮਾ ਦੀ ਪ੍ਰਾਪਤੀ ਦਾ ਉਹ ਵੀ ਪ੍ਰਾਪਤ ਹੋ ਜਾਣਾ। ਗੁਰੂ ਦੀ ਬਾਣੀ ਦਾ ਅਭਿਆਸ ਕਰ ਲੈ ਤੇ ਸ਼ਾਂਤੀ ਮਿਲੇਗੀ, ਸਹਿਜ ਗਿਆਨ ਮਿਲ ਜਾਣਾ ਤੇ ਸੁੱਖ ਉਹ ਬ੍ਰਹਮਾਨੰਦ ਦੇ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ। ਸੇਵਾ ਸਾਚੀ ਨਾਮ ਸਮਾਣੀ। ਜਿਹੜੇ ਪੂਰੇ ਗੁਰੂ ਦੀ ਤੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਸੱਚੀ ਸੇਵਾ ਕਰਨੀ ਹੈ, ਇਹਦੇ ਸਦਕਾ ਤੇਰੀ ਨਾਮ ਦੇ ਅੰਦਰ ਚਿੱਤ ਦੀ ਬਿਰਤੀ ਦੀ ਸਮੌਤਾ ਬਣ ਜਾਵੇਗੀ। ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਤੇਰੀ ਲੀਨਤਾ ਬਣ ਜਾਣੀ ਜੇ ਸੱਚੇ ਦਿਲ ਦੇ ਨਾਲ ਸੱਚੇ ਗੁਰੂ ਦੀ ਸੇਵਾ ਕਰਨੀ ਕਰੇ। ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ। ਜਿਨ੍ਹਾਂ ਨੂੰ ਪੂਰੇ ਸਤਿਗੁਰਾਂ ਦੇ ਦੁਆਰਾ ਸ਼ਬਦ ਉਪਦੇਸ਼ ਦਾ ਮਿਲੈ ਮਿਲਾਪ ਹੋ ਜਾਂਦਾ, ਪੂਰੇ ਗੁਰੂ ਤੋਂ ਉਪਦੇਸ਼ ਲੈ ਲੈਂਦੇ ਨੇ। ਪੰਜਾਂ ਪਿਆਰਿਆਂ ਦੇ ਪਾਸੋਂ ਗੁਰ ਮੰਤਰ ਮੂਲ ਮੰਤਰ ਦਾ ਉਪਦੇਸ਼ ਜਿਨ੍ਹਾਂ ਨੂੰ ਮਿਲ ਜਾਂਦਾ, ਉਹ ਫਿਰ ਪ੍ਰੀਤਮ ਸਦਾ ਧਿਆਏ। ਹਮੇਸ਼ਾ ਵਾਸਤੇ ਪ੍ਰੀਤਮ ਜਿਹੜਾ ਤਮਾਂ ਤੋਂ ਪਰੇ ਹੈ ਪਰਮਾਤਮਾ, ਉਹਨੂੰ ਧਿਆਉਣਾ ਕਰਦੇ ਹਨ। ਸਾਚ ਨਾਮ ਵਡਿਆਈ ਪਾਏ। ਸੱਚੇ ਵਾਹਿਗੁਰੂ ਪਰਮਾਤਮਾ ਦਾ ਗੁਰੂ ਦਾ ਨਾਮ ਜਪਣ ਕਰਕੇ ਹੀ ਭਾਈ ਵਡਿਆਈ ਪਾਈ ਦੀ ਹੈ। ਵਡਿਆਈਆਂ ਤਾਂ ਬਹੁਤ ਤਰ੍ਹਾਂ ਦੀਆਂ ਨੇ, ਦੁਨੀਆ ਵਿੱਚ ਵੀ ਵਡਿਆਈਆਂ ਨੇ, ਇਹ ਥੋੜੇ ਸਮੇਂ ਦੀਆਂ ਨੇ। ਕੁਝ ਵਡਿਆਈਆਂ ਮਿੰਟਾਂ ਤੱਕ ਹੀ ਖਤਮ ਹੋ ਜਾਂਦੀਆਂ, ਕੁਝ ਘੰਟਿਆਂ ਤੱਕ ਵਡਿਆਈ ਰਹਿੰਦੀ, ਕੁਝ ਸਾਲਾਂ ਤੱਕ ਰਹਿ ਸਕਦੀ, ਕੁਝ ਵਡਿਆਈ ਜਿਹੜੀ ਇੱਕ ਜਨਮ ਤੱਕ ਰਹਿ ਸਕਦੀ ਹੈ। ਪਰੰਤੂ ਜਿਹੜੀ ਪਰਮਾਤਮਾ ਵਾਹਿਗੁਰੂ ਦੇ ਵਿੱਚ ਲੀਨਤਾ ਹੋ ਜਾਣੀ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਣੀ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਸ ਦੇ ਗਿਆਨ ਦੀ ਜਿਹੜੀ ਵਡਿਆਈ ਪ੍ਰਾਪਤ ਕਰ ਲੈਣੀ, ਇਹ ਸਦੀਵ ਕਾਲ ਰਹਿੰਦੀ ਹੈ। ਸੱਚੇ ਨਾਮ ਨੂੰ ਜਪ ਕਰਕੇ ਬ੍ਰਹਮ ਗਿਆਨੀ ਹੋਣ ਦੀਆਂ ਵਡਿਆਈਆਂ, ਪਰਮਾਤਮਾ ਦੇ ਸਰੂਪ ਦੇ ਵਿੱਚ ਅਭੇਦਤਾ ਦੀ ਵਡਿਆਈ ਨੂੰ ਗੁਰਮੁਖ ਪਾ ਲੈਂਦਾ ਹੈ। ਆਪੇ ਕਰਤਾ ਜੁਗ ਜੁਗ ਸੋਏ। ਉਹ ਜਿਹੜਾ ਸੋਏ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਇਹ ਜੁਗਾਂ ਜੁਗਾਂ ਦੇ ਵਿੱਚ ਆਪ ਹੀ ਸਾਰਿਆਂ ਦਾ ਕਰਤਾ ਕਰਨ ਵਾਲਾ ਮਾਲਕ ਹੈ। ਜੁਗ ਦਾ ਅਰਥ ਦੋ ਹੁੰਦਾ, ਇੱਥੇ ਦੋ ਵਾਰੀ ਜੁਗ ਜੁਗ ਸ਼ਬਦ ਆਇਆ। ਦੋ ਤੇ ਦੋ ਜਿਹੜੇ ਚਾਰ ਯੁਗ ਨੇ, ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਇਹਨਾਂ ਯੁੱਗਾਂ ਦੇ ਅੰਦਰ ਜਿੰਨੇ ਵੀ ਜੀਵ ਪੈਦਾ ਕੀਤੇ, ਕੋਈ ਰਿਸ਼ੀ ਪੈਦਾ ਕੀਤੇ, ਕੋਈ ਇਸ ਪ੍ਰਕਾਰ ਦੇਵਤੇ ਬਣਾਏ ਪਰਮਾਤਮਾ ਨੇ, ਕੋਈ ਮਨੁੱਖ ਪੈਦਾ ਕੀਤੇ, ਕੋਈ ਦੈਂਤ ਬਣਾਏ, ਜਿੰਨੇ ਵੀ ਜੀਵ ਪੈਦਾ ਕੀਤੇ ਨੇ, ਸਾਰਿਆਂ ਦਾ ਕਰਤਾ ਉਹ ਮਾਲਕ ਵਾਹਿਗੁਰੂ ਆਪ ਹੈ। ਜੁਗਾਂ ਜੁਗਾਂ ਦੇ ਵਿੱਚ ਜਿੰਨੇ ਵੀ ਜੀਵ ਸਾਜੇ ਨੇ, ਸਭਨਾਂ ਦਾ ਆਪ ਹੀ ਕਰਤਾ ਪੁਰਖ ਪਰਮਾਤਮਾ ਮਾਲਕ ਹੈ। ਨਦਰ ਕਰੇ ਮਿਲਾਵਾ ਹੋਏ। ਜਿਨ੍ਹਾਂ ਜੀਵਾਂ ਦੇ ਉੱਤੇ ਆਪਣੀ ਵਿਸ਼ੇਸ਼ ਨਦਰ ਕਿਰਪਾ ਦੀ ਦ੍ਰਿਸ਼ਟੀ ਪਾ ਦਿੰਦਾ, ਉਹਨਾਂ ਦਾ ਫਿਰ ਪਰਮਾਤਮਾ ਵਿੱਚ ਮਿਲਾਵਾ ਮਿਲਾਪ ਹੋ ਜਾਂਦਾ ਹੈ। ਫੇਰ ਨਹੀਂ ਪਰਮਾਤਮਾ ਦੇਖਦਾ ਵੀ ਇਹਦੇ ਵਿੱਚ ਔਗਣ ਜ਼ਿਆਦਾ ਨੇ, ਇਹਦੇ ਵਿੱਚ ਬਦੀਆਂ ਜ਼ਿਆਦਾ ਹਨ, ਤੇ ਜਦੋਂ ਤਰਸ ਕਰਨ ਤੇ ਆਉਂਦਾ ਹੈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਜਦੋਂ ਤਰਸ ਕਰਦਾ ਪਰਮਾਤਮਾ ਵਾਹਿਗੁਰੂ, ਉੱਥੇ ਬਦੀਆਂ ਨਹੀਂ ਵੇਖਦਾ, ਔਗਣਾਂ ਨੂੰ ਨਹੀਂ ਤੱਕਦਾ ਹੈ, ਫੇਰ ਤਾਂ ਆਪਣੀ ਕਿਰਪਾ ਦੀ ਦ੍ਰਿਸ਼ਟੀ ਜਦੋਂ ਕਰ ਦਿੰਦਾ, ਉਹ ਗੁਰੂ ਦੇ ਸਿੱਖ ਦਾ ਪਰਮਾਤਮਾ ਵਿੱਚ ਮਿਲਾਵਾ ਦਾ ਅਰਥ ਮਿਲਾਪ ਹੋ ਜਾਂਦਾ, ਲੀਨ ਹੋ ਜਾਂਦਾ ਹੈ। ਗੁਰਬਾਣੀ ਤੇ ਹਰ ਮਨ ਵਸਾਏ। ਜਿਹੜੀ ਗੁਰੂ ਸਾਹਿਬ ਦੀ ਇਹ ਪਾਵਨ ਬਾਣੀ ਹੈ, ਇਸ ਬਾਣੀ ਦਾ ਅਭਿਆਸ ਕਰਨ ਕਰਕੇ ਹਰੀ ਪਰਮਾਤਮਾ ਨੂੰ ਮਨ ਦੇ ਵਿੱਚ ਵਸਾ ਲਈਦਾ। ਬਾਣੀ ਦੇ ਅੰਦਰ ਇੰਨੀ ਤਾਕਤ ਕਿਉਂ ਹੈ? ਸਤਿਗੁਰੂ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਬਾਣੀ ਜਿਹੜਾ ਸਾਡਾ ਸਾਧ ਸੰਗਤ ਜੀ ਗੁਰੂ ਹੈ, ਇਸ਼ਟ ਹੈ, ਤੇ ਗੁਰੂ ਕੀ ਨਹੀਂ ਕਰ ਸਕਦਾ? ਇਸ ਲਈ ਫਿਰ ਜਿਹੜੀ ਗੁਰਬਾਣੀ ਹੈ ਕੀ ਨਹੀਂ ਕਰ ਸਕਦੀ ਹੈ? ਗੁਰਬਾਣੀ ਤੇ ਹਰ ਮਨ ਵਸਾਏ, ਗੁਰੂ ਦੀ ਬਾਣੀ ਦਾ ਅਭਿਆਸ ਕਰਨ ਦੇ ਨਾਲ ਹਰੀ ਪਰਮਾਤਮਾ ਦੇ ਸਰੂਪ ਨੂੰ ਮਨ ਵਿੱਚ ਵਸਾ ਲਈਦਾ ਹੈ।
ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਨੇ ਆਪਣੇ ਨਾਲ ਮਿਲਾ ਲੈਣਾ ਕੀਤਾ, ਉਹ ਸੱਚੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਵਿੱਚ ਰਤੇ ਰੰਗੇ ਗਏ ਨੇ। ਨਾਮ ਦੀ ਰੰਗਤ ਵੀ ਉਹਨਾਂ ਗੁਰਮੁਖਾਂ ਨੂੰ ਲੱਗਦੀ ਜਿਨ੍ਹਾਂ ਦੇ ਉੱਤੇ ਆਪ ਉਹ ਪਰਮਾਤਮਾ ਕਿਰਪਾ ਕਰ ਦੇਵੇ, ਦਇਆ ਦ੍ਰਿਸ਼ਟੀ ਪਾ ਦੇਣੀ ਕਰੇ। ਫਿਰ ਪਰਮਾਤਮਾ ਦਾ ਨਾਮ ਦੇ ਵਿੱਚ ਮਨ ਦੀ ਜਿਹੜੀ ਸਾਧ ਸੰਗਤ ਜੀ ਬਿਰਤੀ, ਇਹ ਰੰਗੀ ਜਾਂਦੀ ਹੈ। ਆਪਣੇ ਆਪ ਤੇ ਨਾਮ ਦਾ ਰੰਗ ਨਹੀਂ ਲੱਗਦਾ। ਢਿੰਗੋ ਜੋਰੀ ਨਾਲ ਹੱਠ ਕਰਕੇ ਬੰਦਾ ਕਹੇ ਨਾਮ ਮਨ ਵਿੱਚ ਵਸਾ ਲਵਾਂਗਾ, ਇਹ ਤਾਂ ਗੁਰੂ ਦੀ ਕਿਰਪਾ ਪਰਮਾਤਮਾ ਦੀ ਦਇਆ ਦ੍ਰਿਸ਼ਟੀ ਨਾਲ ਹੀ ਹੁੰਦਾ ਹੈ। ਕਿੰਨੇ ਜੀਵ ਵੇਖੇ, ਕਰੋੜਾਂ ਕਰੋੜਾਂ ਦੀ ਗਿਣਤੀ ਵਿੱਚ ਉਹ ਜਾਪ ਕਰਦੇ ਨੇ, ਕਰੀ ਜਾਂਦੇ, ਕੀਤਾ ਹੈ, ਕਹਿੰਦੇ ਹਾਲੇ ਗੱਲ ਨਹੀਂ ਬਣੀ ਹੈ। ਇਹ ਤਾਂ ਪਰਮਾਤਮਾ ਵਾਹਿਗੁਰੂ ਜਦੋਂ ਆਪਣੀ ਸਵੱਲੀ ਦ੍ਰਿਸ਼ਟੀ ਪਾ ਦਿੰਦਾ, ਫਿਰ ਪਰਮਾਤਮਾ ਵਾਹਿਗੁਰੂ ਆਪਣਾ ਨਾਮ ਹਿਰਦੇ ਦੇ ਵਿੱਚ ਟਿਕਾ ਦਿੰਦਾ ਹੈ। ਇਹ ਪਰਮ ਪਵਿੱਤਰ ਉਪਦੇਸ਼ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਉਹਨਾਂ ਸੰਗਤਾਂ ਨੂੰ ਬਖਸ਼ਿਆ ਜਿਹੜੀਆਂ ਉਸ ਵੇਲੇ ਗੋਇੰਦਵਾਲ ਸਾਹਿਬ ਗੁਰੂ ਦੇ ਚਰਨਾਂ ਵਿੱਚ ਜੁੜੀਆਂ ਸਨ। ਅੱਜ ਸਮੁੱਚੀਆਂ ਸੰਗਤਾਂ ਨੂੰ ਸਾਨੂੰ ਸਾਂਝਾ ਉਪਦੇਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਮੁਖ ਵਾਕ ਦੇ ਦੁਆਰਾ ਸਾਨੂੰ ਬਖਸ਼ਿਆ ਹੈ। ਸੋ ਸਾਧ ਸੰਗਤ ਜੀ, ਅੱਜ ਸ਼ੁਭ ਜਿਹੜਾ ਸੰਕਰਾਂਤ ਦਾ ਦਿਹਾੜਾ ਹੈ ਤੇ ਉਸ ਦੀ ਮਹੀਨੇ ਦੀ ਵਿਚਾਰ ਆਪਾਂ ਕੁਝ ਸਮੇਂ ਵਾਸਤੇ ਰਲ ਮਿਲ ਕਰਕੇ ਕਰਨੀ ਕਰੀਏ ਜੀ। ਮੰਗਰ ਮਾਹੇ ਸੁਹੰਦੀਆ ਹਰ ਪੇਰ ਸੰਗ ਬੈਠੜਿਆ। ਜਿਹੜੇ ਕਰਤੇ ਪੁਰਖ ਪਰਮਾਤਮਾ ਜੀ ਨੇ ਇਹ ਸੰਸਾਰ ਦੀ ਰਚਨਾ ਕੀਤੀ ਹੈ, ਇਹਦੇ ਵਿੱਚ ਫਿਰ ਸਮਾਂ ਦਿੱਤਾ ਸਾਰਿਆਂ ਨੂੰ। ਸਮੇਂ ਦੀ ਵੰਡ ਵਾਸਤੇ ਦੋ ਚੀਜ਼ਾਂ ਬਣਾਈਆਂ, ਇੱਕ ਚੰਦਰਮਾ, ਇੱਕ ਸੂਰਜ। ਹੁਣ ਸਾਡੇ ਜਿਹੜੇ ਦੋ ਕੈਲੰਡਰ ਚੱਲਦੇ ਨੇ, ਇੱਕ ਬਿਕਰਮੀ ਸੰਮਤ ਦੇ ਨਾਲ ਹੈ ਤੇ ਇੱਕ ਈਸਵੀ ਨਾਲ ਹੈ। ਤੇ ਇਸ ਲਈ ਸਾਧ ਸੰਗਤ ਜਿਹੜਾ ਈਸਵੀ ਹੈ ਈਸਾਈਆਂ ਦਾ, ਇਹਨਾਂ ਨੇ ਸੂਰਜ ਦੇ ਨਾਲ ਉਹਦੀ ਮਿਣਤੀ ਗਿਣਤੀ ਰੱਖੀ ਹੋਈ ਹੈ। ਜਿਹੜਾ ਬਿਕਰਮੀ ਸੰਮਤ ਚੱਲਦਾ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿਹਾ ਆਵਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। 10ਮ ਗ੍ਰੰਥ ਦੇ ਅੰਦਰ ਭਾਦਰਵ ਸੁਦੀ ਅਸ਼ਟਮੀ ਰਵ ਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ, ਉੱਥੇ ਵੀ ਬਿਕਰਮੀ ਸੰਮਤ ਹੈ। ਬਾਕੀ ਭਾਈ ਸਾਹਿਬ ਗੁਰਦਾਸ ਸਾਹਿਬ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਪੰਥ ਪ੍ਰਕਾਸ਼, ਕੋਈ ਵੀ ਗ੍ਰੰਥ ਲੈ ਲਓ ਇਤਿਹਾਸ ਦਾ, ਇਹ ਸਾਰੇ ਬਿਕਰਮੀ ਨਾਲ ਚੱਲਦੇ ਨੇ। ਇਹ ਜਿਹੜੇ ਦੋ ਸਮਿਆਂ ਦੀ ਵੰਡ ਹੈ, ਬਿਕਰਮੀ ਜਿਹੜਾ ਸਾਧ ਸੰਗਤ ਹੈ ਇਹ ਚੱਲਦਾ ਹੈ ਚੰਦਰਮਾ ਦੇ ਹਿਸਾਬ ਨਾਲ। ਜਿਹੜੇ ਸਾਡੇ ਕੁਝ ਗੁਰਪੁਰਬਾਂ ਦੇ ਅੰਦਰ ਕੁਝ ਅੰਤਰੇ ਫਰਕ ਪੈ ਗਏ ਸੀ ਪਿਛਲੇ ਸਮੇਂ ਵਿੱਚ, ਉਹਦੇ ਵਿੱਚ ਇਹ ਗਲਤੀ ਬਹੁਤ ਵੱਡੀ ਹੋ ਗਈ ਸੀ ਕਿ ਜਿਹੜੇ ਸਾਧ ਸੰਗਤ ਗੁਰਪੁਰਬ ਸਨ ਸਾਡੇ ਬਿਕਰਮੀ ਸੰਮਤ ਨਾਲ ਚੱਲੇ ਆਉਂਦੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ, ਉਹ ਚੱਕ ਕੇ ਈਸਵੀ ਨਾਲ ਜੋੜ ਦਿੱਤੇ ਗਏ। ਤੇ ਹੁਣ ਜਿਹੜਾ ਚੰਦਰਮਾ ਤੇ ਸੂਰਜ ਹੈ, ਇਹਦੇ ਵਿੱਚ ਰੌਲਾ ਕੀ ਪੈਂਦਾ, ਕਿਉਂ ਫਰਕ ਪੈਂਦੇ ਡੇਟਾਂ ਦੇ? ਇਹ ਬੜੀ ਵਾਰ ਮਨ ਵਿੱਚ ਆਇਆ ਵੀ ਸੰਗਤਾਂ ਪੁੱਛਦੀਆਂ ਨੇ ਵਾਰ-ਵਾਰ, ਗੁਰਪੁਰਬਾਂ ਤੇ ਜਦੋਂ ਜਾਈਦਾ, ਜਦੋਂ ਦੱਸੀਦਾ, ਫਿਰ ਉਹਨਾਂ ਨੂੰ ਸਮਝ ਪੈ ਜਾਂਦੀ ਹੈ। ਦੱਸਣਾ ਸਾਡਾ ਫਰਜ਼ ਹੈ, ਕਿਉਂਕਿ ਜਿਹੜਾ ਸੂਰਜ ਹੈ ਇਹ ਧਰਤੀ ਦਾ ਚੱਕਰ ਕੱਟਦਾ 365 ਦਿਨ ਵਿੱਚ। ਜਿਹੜਾ ਚੰਦਰਮਾ ਸਾਧ ਸੰਗਤ ਤੇ 352 ਦਿਨ ਵਿੱਚ ਚੱਕਰ ਕੱਟਦਾ ਹੈ, ਤੇ 13 ਦਿਨ ਦਾ ਫਰਕ ਪੈਂਦਾ ਤੇ ਰੌਲਾ 13 ਦਿਨਾਂ ਦਾ। ਉਹਨੂੰ ਕਿੱਧਰ ਪਾਵੋਗੇ? ਜਾਂ ਤਾਂ ਚੰਦਰਮਾ ਤੇ ਸੂਰਜ ਦੀ ਜਿਹੜੀ ਚਾਲ ਇੱਕ ਕਰੀਏ, ਫਿਰ ਕੋਈ ਕੈਲੰਡਰਾਂ ਦੇ ਰੌਲੇ ਨਹੀਂ ਪੈਣੇ। ਇਸ ਲਈ ਸਾਧ ਸੰਗਤ ਸਾਡਾ ਜਿਹੜਾ ਪੁਰਾਤਨ ਇਤਿਹਾਸ ਹੈ ਇਹ ਬਿਕਰਮੀ ਸੰਮਤ ਦੇ ਨਾਲ ਤੁਰਿਆ ਆਉਂਦਾ ਹੈ। ਚੰਦਰਮਾ ਦੇ ਹਿਸਾਬ ਨਾਲ ਗੁਰਪੁਰਬ ਬਣਦੇ ਨੇ ਤੇ ਸੁਦੀ ਬਦੀ ਜਿਹੜੀ ਚੰਦਰਮਾ ਵਿੱਚ ਹੁੰਦੀਆਂ ਨੇ। ਇੰਨਾ ਕੁ ਸਾਨੂੰ ਧਿਆਨ ਰੱਖਣਾ ਚਾਹੀਦਾ ਸਾਧ ਸੰਗਤ ਜੀ, ਕੋਈ ਫਰਕ ਨਹੀਂ ਡੇਟਾਂ ਦੇ, ਸੂਰਜ ਚੰਦਰਮਾ ਦੇ 13 ਦਿਨਾਂ ਦਾ ਫਰਕ ਹੈ। ਜੇ ਉਹ ਇੱਕ ਹੋ ਜਾਂਦੇ ਫਿਰ ਕੈਲੰਡਰ ਵੀ ਇੱਕ ਹੋ ਜਾਣੇ ਸੀ। ਇਸ ਲਈ ਜੋ ਸਤਿਗੁਰੂ ਪਾਤਸ਼ਾਹ ਨੇ ਅਪਣਾਇਆ ਹੈ ਉਹਨੂੰ ਕੋਈ ਨਹੀਂ ਮਿਟ ਸਕਦਾ। ਇਹ ਜਿਹੜੇ ਸਮੇਂ ਦੀ ਵੰਡ ਹੈ ਸਤਿਗੁਰੂ ਜੀ ਨੇ ਸੂਰਜ ਦੇ ਚੰਦਰਮਾ ਦੇ ਹਿਸਾਬ ਨਾਲ ਕੀਤੀ ਹੈ। ਜਿਹੜੀਆਂ ਸੰਕਰਾਂਤਾਂ ਨੇ ਇਹ ਸੂਰਜ ਦੇ ਹਿਸਾਬ ਨਾਲ ਬਣਦੀਆਂ ਨੇ
ਤੇ ਜਦੋਂ ਇੱਕ ਰਾਸ਼ੀ ਵਿੱਚੋਂ ਨਿਕਲ ਕੇ ਸੂਰਜ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਹੁੰਦਾ, ਉਸ ਦਿਨ ਸੰਕਰਾਂਤ ਦਾ ਦਿਹਾੜਾ ਮੰਨਿਆ ਜਾਂਦਾ। 12 ਰਾਸ਼ੀਆਂ ਨੇ, ਅਸੀਂ 12 ਮਹੀਨੇ ਕਹਿ ਦਿੰਦੇ। ਪੂਰਨਮਾਸੀ ਤੇ ਮੱਸਿਆ ਜਿਹੜੀਆਂ ਸਾਧ ਸੰਗਤ ਜੀ, ਇਹ ਬਣਦੀਆਂ ਚੰਦਰਮਾ ਦੇ ਹਿਸਾਬ ਨਾਲ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਹ 12 ਮਹੀਨਿਆਂ ਦਾ ਉਪਦੇਸ਼ ਸਾਨੂੰ ਸੰਕਰਾਂਤ ਦੇ ਸ਼ੁਭ ਦਿਹਾੜੇ ਦੇ ਦੁਆਰਾ ਬਖਸ਼ਣਾ ਕੀਤਾ ਹੈ। ਅੱਜ ਜਿਹੜਾ ਸਾਧ ਸੰਗਤ ਜੀ ਕਾਤਕ ਦਾ ਮਹੀਨਾ ਸੰਪੂਰਨ ਹੋ ਕਰਕੇ ਮੱਘਰ ਦੇ ਮਹੀਨੇ ਦੀ ਸੰਕਰਾਂਤ ਦਾ ਸ਼ੁਭ ਪਾਵਨ ਪਵਿੱਤਰ ਦਿਹਾੜਾ ਹੈ। ਇਸ ਮਹੀਨੇ ਦੇ ਅੰਦਰ ਅਸੀਂ ਕਰਨਾ ਕੀ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮੰਗਿਰ ਮਾਹੇ ਸੁਹੰਦੀਆ, ਮੱਘਰ ਦੇ ਮਹੀਨੇ ਦੁਆਰਾ ਉਪਦੇਸ਼ ਦਿੱਤਾ ਹੈ। ਉਹੀ ਜੀਵ ਰੂਪ ਇਸਤਰੀਆਂ ਸੁਹੰਦੀਆਂ ਸੋਭਨੀਕ ਹਨ, ਉਹਨਾਂ ਦੀ ਵਡਿਆਈ ਹੈ, ਉਹ ਸੁੰਦਰ ਲੱਗਦੀਆਂ ਨੇ, ਸੋਭਾ ਵਾਲੀਆਂ ਹਨ, ਹਰ ਪਿਰ ਸੰਗ ਬੈਠੜੀਆਂ ਹੈ। ਜਿਹੜੀਆਂ ਆਪਣੇ ਪਿਰ ਪਤੀ ਹਰੀ ਅਕਾਲ ਪੁਰਖ ਪ੍ਰਮਾਤਮਾ ਦੇ ਸੰਗ ਕਈਏ ਨਾਲ ਜੁੜ ਕਰਕੇ ਬੈਠੀਆਂ ਨੇ। ਜੀਵ ਰੂਪ ਇਸਤਰੀ ਨੇ ਪਤੀ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਬੈਠਣਾ ਕਿਵੇਂ ਹੈ? ਆਪਣੀ ਚਿੱਤ ਦੀ ਵਿਰਤੀ ਨੂੰ ਬੈਠੜੀਆ ਦਾ ਅਰਥ ਸਥਿਤ ਕਰਨਾ ਹੈ। ਜਿਨ੍ਹਾਂ ਨੇ ਚਿੱਤ ਦੀਆਂ ਵਿਰਤੀਆਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਨਾਲ ਜੋੜ ਦਿੱਤੀਆਂ, ਇਕਾਗਰਤਾ ਦੇ ਵਿੱਚ ਜੁੜ ਕਰਕੇ ਬੈਠਦੀਆਂ ਨੇ, ਉਹ ਜੀਵ ਰੂਪ ਇਸਤਰੀਆਂ ਮੱਘਰ ਦੇ ਮਹੀਨੇ ਦੇ ਅੰਦਰ ਸੁਹੰਦੀਆਂ ਸੋਭਨੀਕ ਨੇ। ਮੱਘਰ ਦਾ ਮਹੀਨਾ ਕੀ ਸਾਡਾ ਮਨੁੱਖਾ ਸਰੀਰ ਹੈ। ਇਸ ਸਰੀਰ ਦੇ ਅੰਦਰ ਜਿਨ੍ਹਾਂ ਦੇ ਚਿੱਤ ਦੀ ਵਿਰਤੀ ਭਾਈ ਸਥਿਤ ਹੋ ਜਾਂਦੀ, ਟਿਕ ਜਾਂਦੀ ਗੁਰੂ ਪਰਮਾਤਮਾ ਦੇ ਨਾਮ ਨਾਲ, ਉਹਨਾਂ ਦੀ ਭਾਈ ਫਿਰ ਸੋਭਾ ਵਡਿਆਈ ਹੁੰਦੀ ਹੈ। ਤਿਨ ਕੀ ਸੋਭਾ ਕਿਆ ਗਣੀ, ਉਹਨਾਂ ਗੁਰੂ ਦੇ ਪਿਆਰੇ ਨਾਮ ਰਸੀਆਂ ਦੀ ਜਿਹੜੇ ਕਮਾਈ ਵਾਲੇ ਜੁੜੇ ਹੋਏ ਨੇ, ਚਿੱਤ ਦੀਆਂ ਬਿਰਤੀਆਂ ਨੂੰ ਜਿਨ੍ਹਾਂ ਨੇ ਇਕਾਗਰ ਕੀਤਾ ਹੋਇਆ, ਉਹਨਾਂ ਦੀ ਸੋਭਾ ਕਿਆ ਗਣੀ। ਕਿਹੜੇ ਲਫ਼ਜ਼ਾਂ ਦੇ ਅੰਦਰ ਉਹਨਾਂ ਦੀ ਸੋਭਾ ਦੀ ਗਣੀ ਗਿਣਤੀ ਕਰੀਏ, ਕੋਈ ਸ਼ਬਦ ਹੀ ਨਹੀਂ ਹਨ ਉਹਨਾਂ ਦੀ ਵਡਿਆਈ ਕਰਨ ਵਾਸਤੇ। ਕਿਹੜੇ ਸ਼ਬਦਾਂ ਨਾਲ ਉਹਨਾਂ ਦੀ ਵਡਿਆਈ ਕਰੀਏ? ਵਡਿਆਈ ਕਹਿਣ ਕਥਨ ਤੋਂ ਪਰੇ ਹੈ। ਜੇ ਸਾਹਿਬ ਮੇਲੜੀਆ, ਜਿਨ੍ਹਾਂ ਨੂੰ ਸਾਹਿਬ ਮੇਰੇ ਮਾਲਕ ਪਰਮਾਤਮਾ ਵਾਹਿਗੁਰੂ ਜੀ ਨੇ ਆਪਣੇ ਸਰੂਪ ਦੇ ਵਿੱਚ ਮੇਲੜੀਆ ਦਾ ਅਰਥ ਹੈ ਮਿਲਾਪ ਕਰ ਲਿਆ ਹੈ। ਜਿਨ੍ਹਾਂ ਦੀ ਚਿੱਤ ਦੀ ਵਿਰਤੀ ਆਪਣੇ ਸਰੂਪ ਦੇ ਵਿੱਚ ਲੀਨ ਕਰ ਲਈ, ਉਹਨਾਂ ਦੀ ਵਡਿਆਈ ਕਹੀ ਨਹੀਂ ਜਾ ਸਕਦੀ। ਤਨ ਮਨ ਮੌਲਿਆ RAM ਸਿਉ, ਜਿਹੜਾ RAM ਰਮਿਆ ਹੋਇਆ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ, ਉਸ ਦੇ ਨਾਲ ਉਹਨਾਂ ਗੁਰੂ ਪਿਆਰਿਆਂ ਦਾ ਤਨ ਵੀ ਜਿਹੜਾ ਮੌਲਿਆ ਪ੍ਰਫੁੱਲਤ ਹੋਇਆ ਤੇ ਮਨ ਵੀ ਪ੍ਰਫੁੱਲਤ ਹੋਇਆ ਪਿਆ ਹੈ। ਕਿਉਂਕਿ ਗੁਰੂ ਦਾ ਪਿਆਰਾ ਸਾਰਿਆਂ ਦੇ ਅੰਦਰ ਪਰਮਾਤਮਾ ਰਮੇ ਹੋਏ ਦੀ ਜੋਤ ਵੇਖ ਕਰਕੇ, ਤਨ ਕਰਕੇ ਉਹ ਇਸ ਤਰ੍ਹਾਂ ਪ੍ਰਫੁੱਲਤ ਹੁੰਦਾ ਕਿ ਗਰੀਬਾਂ ਲੋੜਵੰਦਾਂ ਦੀ ਉਹ ਜਿਹੜੀ ਸੇਵਾ ਕਰਨ ਲੱਗ ਜਾਂਦਾ, ਤੇ ਉਹਨਾਂ ਵਿੱਚ ਪਰਮਾਤਮਾ ਦੀ ਜੋਤ ਵੇਖਦਾ ਵੀ ਕਿਤੇ ਗਰੀਬਾਂ ਦੀ ਮਦਦ ਹੋ ਜਾਵੇ, ਲੋੜਵੰਦ ਦੀ ਮਦਦ ਹੋ ਜਾਵੇ, ਤੇ ਇਹਦੇ ਨਾਲ ਮੈਨੂੰ ਪਰਮਾਤਮਾ ਦੀ ਬੇਅੰਤ ਖੁਸ਼ੀ ਮਿਲੇਗੀ। ਤਨ ਕਰਕੇ ਵੀ ਇਸ ਲਈ ਸੇਵਾ ਵਿੱਚ ਲੱਗ ਕਰਕੇ ਪ੍ਰਫੁੱਲਤ ਹੁੰਦਾ। ਮਨ ਕਰਕੇ ਉਹ ਰਮੇ ਹੋਏ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ, ਮਨ ਦੇ ਦੁਆਰਾ ਚਿੰਤਨ ਕਰੀ ਜਾਂਦਾ। ਤਨ ਸਰੀਰ ਕਰਕੇ ਉਹ ਸੇਵਾ ਕਰਦਾ ਹੈ। ਸੰਗ ਸਾਧ ਸਹੇਲੜੀਆ, ਇਹ ਗੁਣ ਮਿਲਦੇ ਕਿੱਥੋਂ ਨੇ? ਜਿਨ੍ਹਾਂ ਨੇ ਸਾਧ ਸਾਧਨਾ ਕਰਨ ਵਾਲੇ ਗੁਰੂ ਦੇ ਪਿਆਰੇ ਗੁਰਸਿੱਖਾਂ ਨੂੰ ਸਹੇਲੀਆਂ ਦੀ ਨਿਆਈ ਆਪਣੀਆਂ ਸਖੀਆਂ ਸਮਝ ਲਿਆ। ਤੇ ਜਿਵੇਂ ਸਹੇਲੀਆਂ ਦੇ ਪਾਸ ਜਾ ਕਰਕੇ ਸਹੇਲੀਆਂ ਆਪਣੇ ਦਿਲ ਦੀ ਗੱਲ ਸਾਂਝੀ ਕਰਦੀਆਂ, ਇਸੇ ਤਰ੍ਹਾਂ ਜਿਹੜੇ ਕੋਈ ਗੁਰੂ ਦੇ ਪਿਆਰੇ ਨਾਮ ਵਿੱਚ ਰੰਗੇ ਹੋਏ ਨੇ, ਸਾਧਨਾ ਕਰਕੇ ਜਿਹੜੇ ਸਾਧੂ ਬਣ ਗਏ, ਗੁਰੂ ਦੇ ਬਚਨ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਮਾ ਲਏ, ਤੇ ਉਹ ਵੀ ਸਹੇਲੀਆਂ ਦੀ ਨਿਆਈ ਫਿਰ ਦਿਲ ਦੀ ਗੱਲ ਸਾਂਝੀ ਕਰਦੇ ਨੇ। ਗੁਰੂ ਦੇ ਸਿੱਖਾਂ ਨੇ ਜਿਨ੍ਹਾਂ ਨੇ ਐਸੇ ਨਾਮ ਰਸੀਏ ਗੁਰਮੁਖਾਂ ਦੀ ਸੰਗਤ ਕੀਤੀ ਹੈ, ਉਹਨਾਂ ਦੇ ਫਿਰ ਅੰਦਰ ਇਹ ਵਿਚਾਰ ਆ ਜਾਂਦੀ ਵੀ ਤਨ ਸੇਵਾ ਕਰਕੇ ਪ੍ਰਫੁੱਲਤ ਕਰ ਲਈਏ, ਜਿਹੜਾ ਮਨ ਹੈ ਇਹ ਸਿਮਰਨ ਕਰਕੇ ਪ੍ਰਫੁੱਲਤ ਕਰਨਾ ਚਾਹੀਦਾ ਹੈ।
ਸਾਧ ਜਨਾ ਤੇ ਬਾਹਰੀ। ਜਿਹੜੇ ਕੋਈ ਸਾਡੇ ਵਰਗੇ ਜੀਵ ਸਾਧੂ ਸ੍ਰੇਸ਼ਟ ਗੁਣਾਂ ਵਾਲੇ ਗੁਰੂ ਦੇ ਬਚਨਾਂ ਨੂੰ ਕਮਾਉਣ ਵਾਲੇ ਸਾਧੂਆਂ ਦੀ ਸੰਗਤ ਤੋਂ ਬਾਹਰੇ ਰਹਿੰਦੇ ਨੇ, ਜਿਹੜੇ ਸਾਧੂ ਦਾ ਅਰਥ ਪੂਰਨ ਗੁਰੂ ਦੀ ਸੰਗਤ ਵਿੱਚ ਕਦੇ ਜਾ ਕੇ ਜੁੜਦੇ ਨਹੀਂ, ਗੁਰੂ ਦੀ ਸੰਗਤ, ਗੁਰੂ ਦੇ ਪਿਆਰਿਆਂ ਦੀ ਸੰਗਤ ਤੋਂ ਬਾਹਰੇ ਫਿਰਦੇ ਹਨ। ਸੇ ਰਹਿਨ ਅਕੇਲੜੀਆ। ਉਹ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਸੰਸਾਰ ਵਿੱਚ ਵਿਚਰਦੇ ਹੋਏ ਅਕੇਲੜੀਆਂ ਇਕੱਲੇ ਹੀ ਰਹਿ ਜਾਂਦੇ ਨੇ, ਕੋਈ ਸੰਗੀ ਨਹੀਂ, ਕੋਈ ਸਾਥੀ ਨਹੀਂ ਹੈ। ਜਿਹੜੇ ਹੁਣ ਸਾਧ ਸੰਗਤ ਵਿੱਚ ਨਹੀਂ ਆਉਂਦੇ, ਗੁਰੂ ਦੀ ਸੰਗਤ ਵਿੱਚ ਟਿਕਦੇ ਨਹੀਂ, ਕੁਝ ਸੁਣਦੇ ਨਹੀਂ, ਤੇ ਅਸੀਂ ਵੇਖਦੇ ਵੀ ਉਹਨਾਂ ਨਾਲ ਤੇ ਲੱਖਾਂ ਲੋਕ ਤੁਰੇ ਫਿਰਦੇ ਨੇ, ਵੀ ਇਕੱਲੇ ਕਿਵੇਂ ਰਹਿ ਜਾਂਦੇ। ਸਾਧ ਸੰਗਤ ਦੇ ਵਿੱਚੋਂ ਜੀਵ ਨੇ ਗੁਣ ਇਕੱਠੇ ਕਰਨੇ ਨੇ, ਸਤ, ਸੰਤੋਖ, ਧੀਰਜ, ਧਰਮ, ਵਿਚਾਰ, ਕਰਨਾ, ਮੁਦਤਾ, ਪੇਖਿਆ, ਮੈਤਰਤਾ, ਇਹ ਜਿਹੜੇ ਚੰਗੇ ਦੈਵੀ ਗੁਣ ਇਹ ਸੰਗਤ ਵਿੱਚੋਂ ਮਿਲਦੇ ਨੇ। ਸੰਗਤ ਵਿੱਚ ਬੰਦਾ ਆਉਂਦਾ ਹੀ ਨਹੀਂ ਹੈ ਤੇ ਉਹਦਾ ਜੀਵਨ ਸੁਭ ਗੁਣਾਂ ਤੋਂ ਸਖਣਾ ਇਕੱਲਾ ਹੀ ਰਹਿ ਜਾਂਦਾ, ਇੱਕ ਵੀ ਗੁਣ ਉਹਦੇ ਪੱਲੇ ਵਿੱਚ ਨਹੀਂ ਹੁੰਦਾ। ਲੱਖਾਂ ਲੋਕ ਨਾਲ ਤੁਰੇ ਫਿਰਦੇ ਕੀ ਕਰ ਲਓਗੇ, ਕੁਝ ਵੀ ਨਹੀਂ। ਇਹ ਜਿਹੜੇ ਗੁਣ ਨੇ ਤਾਂ ਸਾਧ ਸੰਗਤ ਦੇ ਵਿੱਚੋਂ ਇਕੱਤਰ ਕਰੀਦੇ ਨੇ। ਜਿਨ੍ਹਾਂ ਨੂੰ ਸਾਧ ਸੰਗਤ ਨਹੀਂ ਪ੍ਰਾਪਤ ਹੋਈ ਉਹ ਸੁਭ ਗੁਣਾਂ ਤੋਂ ਸਖਣੇ ਖਾਲੀ ਇਕੱਲੇ ਹੀ ਰਹਿ ਜਾਂਦੇ ਹਨ। ਤਿਨ ਦੁਖ ਨਾ ਕਬਹੂ ਉਤਰੈ। ਉਹਨਾਂ ਦਾ ਫਿਰ ਜਿਹੜਾ ਦੁੱਖ ਹੈ ਇਹ ਕਦੇ ਵੀ ਉਤਰਨਾ ਨਹੀਂ ਕਰਦਾ, ਲੱਥਦਾ ਨਹੀਂ ਹੈ। ਦੁੱਖ ਕਿਹੜਾ ਹੈ? ਪਹਿਲਾਂ ਤੇ ਸਾਧ ਸੰਗਤ ਜੀ ਜੰਮਣ ਤੇ ਮਰਨ ਦਾ ਹੀ ਬੜਾ ਭਾਰੀ ਦੁੱਖ ਹੈ, ਤੇ ਜਨਮ ਵੇਲੇ ਦਾ ਜਿਹੜਾ ਦੁੱਖ ਹੈ ਤੇ ਬਹੁਤ ਭਾਰੀ, 9 ਮਹੀਨੇ ਉਦਰ ਵਿੱਚ ਪੁੱਠਾ ਲਟਕਣਾ, ਤੇ ਇਹ ਬਹੁਤ ਵੱਡਾ ਭਾਰੀ ਦੁੱਖ ਮੰਨਿਆ ਜਾਂਦਾ। ਤੇ ਫਿਰ ਜਿਹੜਾ ਮਰਨ ਦਾ ਦੁੱਖ ਹੈ, ਲੋਹੇ ਦੀ ਕੰਡਿਆਂ ਵਾਲੀ ਤਾਰ ਮੁਖ ਵਿੱਚ ਹੀ ਪਾ ਕੇ ਗੁਦਾ ਥਾਈਂ ਖਿੱਚ ਦੇਵੇ, ਆਂਦਰਾਂ ਨਾੜਾਂ ਇਕੱਠੀਆਂ ਹੋ ਜਾਂਦੀਆਂ। ਇੰਨਾ ਦੁੱਖ ਮੌਤ ਦਾ ਜਦੋਂ ਅੰਤਲਾ ਸਮਾਂ ਆਉਂਦਾ, ਘੰਡ ਬੋਲਦਾ ਹੈ, ਬਹੁਤ ਉੱਥੇ ਦੁਰਦਸ਼ਾ ਹੁੰਦੀ ਮਨੁੱਖ ਦੀ, ਹੱਥ ਪੈਰ ਠੰਡੇ ਹੁੰਦੇ, ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂ ਕੜਕਾਏ, ਕੱਲੇ ਕੱਲੇ ਹੱਡ ਵਿੱਚੋਂ ਜੀਵ ਆਤਮਾ ਜਿਹੜੀ ਸਰੀਰ ਵਿੱਚੋਂ ਨਿਰਾਲੀ ਕੀਤੀ ਜਾਂਦੀ, ਖਿੱਚੀ ਜਾਂਦੀ ਹੈ। ਬੜਾ ਦੁੱਖ ਹੈ, ਐਵੇਂ ਨਹੀਂ ਦੁਨੀਆ ਮਰਨ ਦੇ ਕੋਲੋਂ ਡਰਦੀ ਹੈ। ਇਹ ਜਿਹੜਾ ਐਸਾ ਦੁੱਖ ਹੈ, ਨਾ ਤੇ ਉਹਨੂੰ ਸਾਧ ਸੰਗਤ ਜੀ ਜਨਮ ਦਾ ਜਿਹੜਾ ਦੁੱਖ ਉਹ ਕਦੇ ਮਿਟਦਾ ਹੈ, ਤੇ ਨਾ ਕਦੇ ਸਾਧ ਸੰਗਤ ਜੀ ਮਰਨ ਦਾ ਦੁੱਖ ਮਿਟਦਾ, ਜਿਹੜਾ ਸੰਗਤ ਵਿੱਚ ਨਹੀਂ ਆਉਂਦਾ ਹੈ। ਸੰਗਤ ਵਿੱਚ ਆ ਕੇ ਨਾਮ ਦਾ ਮਹਾਤਮ ਪਤਾ ਚੱਲੇਗਾ, ਫਿਰ ਜਪਣਾ ਕਰੇਗਾ, ਫਿਰ ਅੰਦਰ ਸਾਧ ਸੰਗਤ ਜੀ ਗਿਆਨ ਹੋਵੇਗਾ। ਗਿਆਨ ਭਇਆ ਤਾਂ ਕਰਮੈ ਨਾਸ, ਗਿਆਨ ਦੇ ਨਾਲ ਕਰਮ ਕੱਟੇ ਜਾਣਗੇ। ਕਰਮਾਂ ਨਾਲ ਹੀ ਜੰਮਣਾ ਤੇ ਮਰਨਾ, ਸੁਖੀ ਤੇ ਦੁਖੀ ਹੈ ਬੰਦਾ। ਜਦੋਂ ਕਰਮ ਹੀ ਨਿਬੜ ਜਾਂਦੇ ਸਾਰੇ, ਫਿਰ ਉਹਦਾ ਜੰਮਣਾ ਮਰਨਾ ਵੀ ਨਿਬੜ ਜਾਂਦਾ। ਇਹਦੀ ਨੀਂਹ ਜਿਹੜੀ ਸਾਧ ਸੰਗਤ ਹੈ, ਜਿਹੜੇ ਸਾਧ ਸੰਗਤ ਵਿੱਚ ਸਤਿਗੁਰੂ ਕਹਿੰਦੇ ਨਹੀਂ ਆਉਂਦੇ ਭਾਈ, ਉਹ ਤੇ ਫਿਰ ਇਸ ਪ੍ਰਕਾਰ ਉਹਨਾਂ ਦਾ ਕਦੇ ਵੀ ਦੁੱਖ ਜੰਮਣ ਤੇ ਮਰਨ ਦਾ ਉਤਰਦਾ ਨਹੀਂ, ਖਤਮ ਨਹੀਂ ਹੁੰਦਾ ਹੈ। ਸੇ ਜਮ ਕੈ ਵਸ ਪੜਿਆ। ਫਿਰ ਅੰਤਲੇ ਸਮੇਂ ਜਦੋਂ ਸਰੀਰ ਛੱਡ ਕੇ ਜੀਵ ਜਾਂਦਾ ਹੈ, ਜਿਹਨੇ ਸੰਗਤ ਨਹੀਂ ਕੀਤੀ ਸਾਰੀ ਜ਼ਿੰਦਗੀ ਵਿੱਚ, ਫਿਰ ਦੇਵਗਣ ਨਹੀਂ ਲੈਣ ਆਉਣਗੇ, ਪੰਜ ਪਿਆਰੇ ਨਹੀਂ ਸਤਕਾਰ ਵਾਸਤੇ ਉਹਨੂੰ ਲੈਣ ਵਾਸਤੇ ਆਉਣਗੇ। ਸੇ ਜਮ ਕੈ ਵਸ ਪੜਿਆ, ਉਹ ਤੇ ਫਿਰ ਜਮਾਂ ਦੇ ਵਸ ਵਿੱਚ ਪੈ ਜਾਂਦਾ ਹੈ। ਫਿਰ ਜਮ ਉਹਦੇ ਨਾਲ ਖਿੱਚਾ ਤੂਹੀ ਜਿਹੜੀ ਕਰਦੇ, ਉਹ ਗੁਰਬਾਣੀ ਨੂੰ ਜਦੋਂ ਪੜਾਂਗੇ ਫਿਰ ਪਤਾ ਚੱਲੇਗਾ। ਅਸੀਂ ਤੇ ਕਹਿ ਦਿੰਦੇ ਇੱਥੇ ਹੀ ਹੈ ਜੀ ਜਿਹੜਾ ਕੁਝ ਵੀ ਹੈ, ਨਹੀਂ ਭਾਈ, ਇੱਥੇ ਤੇ ਪਿਛਲੇ ਕਰਮ ਹੀ ਅਸੀਂ ਭੋਗੀ ਜਾਂਦੇ। ਬੰਦਾ ਕਹਿੰਦਾ ਕਈ ਵਾਰੀ ਜੀ ਮੈਂ ਤੇ ਕੋਈ ਕਰਮ ਹੀ ਨਹੀਂ ਇਹੋ ਜਿਹਾ ਕੀਤਾ, ਦੁੱਖ ਕਿਉਂ ਮਿਲ ਗਿਆ? ਪਿਛਲੇ ਜਨਮਾਂ ਦੇ ਕਰਮ ਖੜੇ ਨੇ, ਉਹ ਅੱਜ ਭੋਗੀ ਜਾਂਦੇ। ਅੱਜ ਦੇ ਕੀਤੇ ਕੱਲ ਨੂੰ ਅੱਗੇ ਜਾ ਕੇ ਜੂਨਾਂ ਵਿੱਚ ਭੋਗਣੇ ਨੇ। ਕਾਮਾਂ ਕੁੱਤਿਆਂ ਗਧੀਆਂ ਦੀਆਂ ਜੂਨਾਂ ਫਿਰ ਕੌਣ ਧਾਰਨ ਕਰੇਗਾ? ਇਸ ਲਈ ਜੇਕਰ ਬੁਰੇ ਕਰਮ ਨਾ ਜੀਵ ਕਰੇ ਤੇ ਸਾਧ ਸੰਗਤ ਜੇਕਰ ਸਿਮਰਨ ਨਾ ਕਰੇ, ਤੇ ਫਿਰ ਗੁਰੂ ਦੇ ਦਰਵਾਜ਼ੇ ਤੇ ਕੌਣ ਜਾਵੇਗਾ? ਸੱਚਖੰਡ ਦਰਗਾਹ ਦਾ ਵਾਸੀ ਕੌਣ ਹੋਵੇਗਾ? ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿਹੜੇ ਰਸਤੇ ਤੇ ਜਾਣਾ ਸਰੀਰ ਛੱਡ ਕੇ, ਉਹਦੇ ਤਾਂ ਕੋਈ ਵੀ ਨਹੀਂ ਗਿਣੇ ਜਾਂਦੇ। ਬਹੁਤ ਲੰਬਾ ਪੈਂਡਾ ਹੈ, ਰਸਤਾ ਹੈ। ਗੁਰੂ ਦੇ ਪਿਆਰਿਆਂ ਵਾਸਤੇ ਕੋਈ ਔਖਾ ਨਹੀਂ, ਉਹ ਤੇ ਸੁਰਤੀ ਨਾਲ ਇੱਕ ਖਿੰਨ ਵਿੱਚ ਹੀ ਰਸਤਾ ਤੈਅ ਕਰਕੇ ਗੁਰੂ ਦੇ ਚਰਨਾਂ ਵਿੱਚ ਸਮਾ ਜਾਂਦੇ ਨੇ। ਆਮ ਸਾਡੇ ਜੀਵਾਂ ਦੇ ਵਾਸਤੇ ਫਿਰ ਸੈਂਕੜੇ ਲੱਖਾਂ ਕਰੋੜਾਂ ਮੀਲਾਂ ਦੇ ਰਸਤੇ ਤੈਅ ਕਰਨੇ ਹੀ ਪੈਂਦੇ ਨੇ।
ਇੱਥੇ ਸਤਿਗੁਰੂ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ ਨੇ ਕਿ ਭਾਈ ਉਹ ਗੁਰੂ ਦੇ ਪਿਆਰੇ ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਦੀ ਤੇ ਬੰਦ ਖਲਾਸੀ ਹੋ ਜਾਂਦੀ ਹੈ। ਜਿਨ੍ਹਾਂ ਨੇ ਸੰਗਤ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਜ਼ਿੰਦਗੀ ਦੇ ਵਿੱਚ ਗੁਰੂ ਵਾਲੇ ਨਹੀਂ ਬਣੇ, ਉਹ ਅੰਤਲੇ ਸਮੇਂ ਤਾਂ ਫਿਰ ਜਮਾਂ ਦੇ ਵਸ ਵਿੱਚ ਜਾ ਕੇ ਪੜਿਆਹ ਦਾ ਅਰਥ ਪੈ ਜਾਂਦੇ ਹਨ। ਜਿਨੀ ਰਾਵਿਆ ਪ੍ਰਭ ਆਪਣਾ, ਜਿਨ੍ਹਾਂ ਨੇ ਆਪਣਾ ਜਾਣ ਕੇ ਪ੍ਰਭੂ ਪਰਮਾਤਮਾ ਦਾ ਰਾਵਿਆ ਚਿੰਤਨ ਕੀਤਾ, ਉਸ ਦਾ ਚਿੰਤਨ ਕਰਕੇ ਉਹਦੇ ਆਨੰਦ ਨੂੰ ਭੋਗਣਾ ਕੀਤਾ ਹੈ। ਸੇ ਦਿਸਨ ਨਿਤ ਖੜਿਆਹ, ਉਹ ਤਾਂ ਫਿਰ ਗੁਰੂ ਸਾਹਿਬ ਦੇ ਦਰਵਾਜ਼ੇ ਦੇ ਉੱਪਰ ਹਮੇਸ਼ਾ ਹੀ ਭਾਈ ਮਾਣ ਸਤਿਕਾਰ ਦੇ ਨਾਲ ਖੜੇ ਦਿਸਦੇ ਨੇ। ਰੇ ਰੇ ਦਰਗਹਿ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦਿਓ, ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪਨੀਤ। ਉਹਨਾਂ ਗੁਰੂ ਦੇ ਪਿਆਰਿਆਂ ਦੇ ਚਿਹਰੇ ਫਿਰ ਦਿਸਦੇ ਨੇ, ਮਾਣ ਸਤਿਕਾਰ ਉਹ ਹਾਸਲ ਕਰਦੇ ਹਨ। ਰਤਨ ਜਵੇਹਰ ਲਾਲ ਹਾਰ, ਜਿਹੜੇ ਐਸੇ ਰਤਨ ਹੋਇਆ ਕਰਦੇ ਜਵੇਹਰ ਜਵਾਹਰ ਆਦਿਕ ਨੇ ਤੇ ਲਾਲ ਹਨ, ਇਹ ਹੈ ਸਾਧ ਸੰਗਤ ਜੀ ਪੱਥਰ ਦੀਆਂ ਹੀ ਕਿਸਮਾਂ। ਇਹਨਾਂ ਦੀ ਜਿਹੜੀ ਕੀਮਤ ਹੈ, ਇਹਨਾਂ ਦਾ ਮੁੱਲ ਫਿਰ ਅਰਬਾਂ ਖਰਬਾਂ ਕਰੋੜਾਂ ਦੀ ਗਿਣਤੀ ਵਿੱਚ ਪੈ ਜਾਂਦਾ ਹੈ। ਤੇ ਜਿਹੜੇ ਐਸੇ ਰਤਨ ਹਨ, ਜਵਾਹਰ ਨੇ ਤੇ ਲਾਲ ਆਦਿਕ ਹਨ, ਕੰਠ ਤੇ ਨਾ ਜੜਿਆਹ, ਜੀਵ ਕੀ ਕਰਦਾ ਫਿਰ ਇਹਨਾਂ ਨੂੰ ਆਪਣੇ ਕੰਠ ਵਿੱਚ ਹੀ ਆਪਣੇ ਹਾਰ ਆਦਿਕ ਦੇ ਵਿੱਚ ਪਰੋ ਕਰਕੇ ਪਾ ਲੈਂਦਾ ਵੀ ਮੇਰੀ ਸੋਭਾ ਹੋਵੇਗੀ। ਇਧਰ ਪਰਮਾਤਮਾ ਵਾਹਿਗੁਰੂ ਜੀ ਦਾ ਹਰੀ ਦਾ ਜਿਹੜਾ ਨਾਮ ਹੈ, ਗੁਰਸਿੱਖਾਂ ਵਾਸਤੇ ਇਹੀ ਰਤਨ ਹੈ। ਹਰੀ ਦਾ ਨਾਮ ਹੀ ਜਵਾਹਰ ਹੈ, ਹਰੀ ਦਾ ਨਾਮ ਹੀ ਲਾਲ ਹੈ। ਉਹ ਆਪਣੇ ਕੰਠ ਜਿਹੜਾ ਹੈ ਸਾਧ ਸੰਗਤ ਅੰਤਿਸ਼ ਕਰਨ, ਉਹਦੇ ਵਿੱਚ ਇਹਨੂੰ ਜੜਿਆਹ ਜੜ ਲੈਂਦੇ ਨੇ। ਹੁਣ ਹਾਰ ਪਰੋਣਾ ਹੈ, ਉਹਦੇ ਵਿੱਚ ਜਿਹੜੇ ਹੀਰੇ ਤੇ ਜਵਾਹਰ ਲਾਲ ਪਾਉਣੇ ਨੇ, ਦੋ ਚੀਜ਼ਾਂ ਚਾਹੀਦੀਆਂ ਨੇ। ਇੱਕ ਸੂਈ ਚਾਹੀਦੀ, ਦੂਸਰਾ ਤਾਗਾ ਜਿਹੜਾ ਚਾਹੀਦਾ। ਗੁਰੂ ਦੇ ਸਿੱਖ ਨੇ ਸਾਧ ਸੰਗਤ ਜੀ ਆਪਣੀ ਸੁਰਤ ਰੂਪ ਸੂਈ ਦੇ ਨਾਲ ਸਵਾਸਾਂ ਰੂਪੀ ਤਾਗੇ ਦੇ ਵਿੱਚ ਇਹ ਰਤਨ ਕਿਹੜਾ ਪਰੋਣਾ, ਪਰਮਾਤਮਾ ਦੇ ਜਿਹੜੇ ਐਸੀ ਪ੍ਰਾਪਤੀ ਦਾ ਪਹਿਲਾ ਸਾਧਨ ਵੈਰਾਗ ਹੈ। ਵੈਰਾਗ ਰੂਪੀ ਰਤਨ ਪਰੋਣਾ ਹੈ ਸਵਾਸਾਂ ਨਾਲ। ਤੇ ਇਸੇ ਪ੍ਰਕਾਰ ਜਵਾਹਰ ਜਿਹੜਾ ਇਹ ਗਿਆਨ ਦਾ ਹੈ, ਗਿਆਨ ਵੀ ਇਕੱਠਾ ਕਰਨਾ, ਸੰਚਿਤ ਕਰਨਾ। ਲਾਲ ਦਾ ਅਰਥ ਪ੍ਰੇਮ। ਇਹ ਜਿਹੜਾ ਸਾਧ ਸੰਗਤ ਜੀ ਪ੍ਰੇਮ ਹੈ, ਗਿਆਨ ਹੈ ਤੇ ਵੈਰਾਗ ਹੈ, ਇਸ ਨੂੰ ਆਪਣੇ ਸਵਾਸਾਂ ਰੂਪ ਤਾਗੇ ਦੇ ਵਿੱਚ ਸੁਰਤੀ ਰੂਪ ਸੂਈ ਦੇ ਨਾਲ ਪਰੋਣਾ ਹੈ। ਫਿਰ ਲੜੀਆਂ ਵੀ ਹੁੰਦੀਆਂ ਹਾਰਾਂ ਦੇ ਵਿੱਚ ਪਾਈਆਂ ਹੋਈਆਂ, ਲੜੀਆਂ ਨੇ ਜਿਹੜੇ ਕਰਨਾ, ਮੁਦਤਾ, ਪੇਖਿਆ ਤੇ ਮੈਤਰਤਾ, ਇਹ ਲੜੀਆਂ ਵਿੱਚ ਪੈ ਜਾਂਦੀਆਂ ਨੇ। ਫਿਰ ਕੰਠ ਗਲੇ ਵਿੱਚ ਕਿੱਥੇ ਧਾਰਨ ਕਰਨਾ, ਜਿਹੜਾ ਰਿਦਾ ਦਿੱਤਾ ਪਰਮਾਤਮਾ ਨੇ। ਹਿਰਦੇ ਰੂਪ ਕੰਠ ਦੇ ਅੰਦਰ ਇਹ ਪਰਮਾਤਮਾ ਦੇ ਨਾਮ ਦਾ ਐਸਾ ਸੁਭ ਗੁਣਾਂ ਦਾ ਜਿਹੜਾ ਹਾਰ ਪਰੋ ਕਰਕੇ ਗੁਰੂ ਦੇ ਸਿੱਖ ਨੇ ਰੱਖਣਾ ਹੈ। ਨਾਨਕ ਬਾਸ਼ੈ ਧੂੜ ਤਿਨ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾਉਂਦਿਆਂ ਹੋਇਆਂ ਉਚਾਰਨ ਕਰਦੇ ਨੇ, ਨਾਨਕ ਬਾਸ਼ੈ ਧੂੜ ਤਿਨ। ਅਸੀਂ ਉਹਨਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਬਾਂਛੈ ਲੋਚਣੀ ਕਰਦੇ, ਚਾਹੁਣੀ ਕਰਦੇ ਹਾਂ। ਪ੍ਰਭ ਸਰਣੀ ਦਰ ਪੜਿਆਹ, ਜਿਹੜੇ ਗੁਰੂ ਸਾਹਿਬ ਦੇ ਦਰ ਸਾਧ ਸੰਗਤ ਦੇ ਦਰਵਾਜ਼ੇ ਵਿੱਚ ਪੜਿਆਹ ਪੈ ਗਏ ਨੇ। ਗੁਰੂ ਦੇ ਦਰਵਾਜ਼ੇ ਸੰਗਤ ਵਿੱਚ ਆ ਕਰਕੇ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੀ ਸ਼ਰਨ ਅਖਤਿਆਰ ਕਰ ਲਈ, ਪਰਮਾਤਮਾ ਦੀ ਸ਼ਰਨ ਵਿੱਚ ਪਏ ਨੇ, ਗੁਰੂ ਦਾ ਦਰਵਾਜ਼ਾ ਸੰਗਤ ਦਾ ਜਿਨ੍ਹਾਂ ਨੇ ਪਕੜਿਆ ਹੋਇਆ, ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਲੋਚਦੇ ਹਾਂ। ਮੰਗਿਰ ਪ੍ਰਭ ਆਰਾਧਨਾ, ਅੰਤਲੀ ਪੰਕਤੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਉਚਾਰਨ ਕਰਦੇ ਨੇ, ਮੰਗਰ ਦੇ ਮਹੀਨੇ ਦੁਆਰਾ ਉਪਦੇਸ਼ ਹੈ, ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਆਰਾਧਨਾ ਕਰਨੀ ਕਰੋ। ਮੱਘਰ ਦਾ ਮਹੀਨਾ ਮਨੁੱਖਾ ਸਰੀਰ ਹੈ, ਇਸ ਵਿੱਚ ਪਰਮਾਤਮਾ ਦਾ ਚਿੰਤਨ ਕਰਨਾ ਕਰੋ। ਬਹੁੜ ਨ ਜਨਮੜਿਆਹ, ਇਹਦਾ ਫਲ ਕੀ ਹੋਵੇਗਾ? ਬਹੁੜ ਮੁੜ ਕਰਕੇ ਫਿਰ ਤੁਹਾਨੂੰ ਨਾ ਜਨਮੜਿਆਹ ਤੇ ਮੁੜ ਮੁੜ ਕਰਕੇ ਜਨਮਾਂ ਵਿੱਚ ਨਹੀਂ ਜਾਣਾ ਪਵੇਗਾ। ਜੂਨੀਆਂ ਦਾ ਚੱਕਰ ਨਿਬੜ ਜਾਵੇਗਾ, ਨਹੀਂ ਤੇ ਜੰਮ ਜੰਮ ਮਰੈ, ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ।
ਕਦੇ ਬੰਦਾ ਮਰਦਾ ਹੈ, ਫਿਰ ਅੱਗੇ ਜਨਮ ਲੈ ਲੈਂਦਾ, ਫਿਰ ਮਰ ਜਾਂਦਾ, ਫਿਰ ਜਨਮ ਲੈਂਦਾ। ਇਹ ਚੱਕਰ ਮੁੱਕਦਾ ਹੀ ਨਹੀਂ ਹੈ। ਇਹ ਤਾਂ ਸਾਧ ਸੰਗਤ ਜੀ ਕੇਵਲ ਗੁਰੂ ਦੀ ਸ਼ਰਨ ਵਿੱਚ ਆਉਣ ਕਰਕੇ, ਚਿੰਤਨ ਕਰਕੇ, ਸਿਮਰਨ ਕਰਕੇ ਫਿਰ ਜੰਮਣ ਮਰਨ ਦੇ ਜਿਹੜੇ ਚੱਕਰਾਂ ਦਾ ਨਿਬੇੜਾ ਹੁੰਦਾ ਹੈ। ਪਰਮ ਸਨਮਾਨਯੋਗ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਅਤਿਅੰਤ ਸੁੰਦਰ ਜਿਹੜਾ ਉਪਦੇਸ਼ ਸਾਨੂੰ ਅੱਜ ਮੱਘਰ ਦੇ ਮਹੀਨੇ ਦੇ ਦੁਆਰਾ ਬਖਸ਼ਿਆ ਹੈ। ਹੁਕਮਨਾਮਾ ਸਾਹਿਬ ਦੀ ਸੁੰਦਰ ਵਿਚਾਰ, ਮੰਗਰ ਦੇ ਮਹੀਨੇ ਦੀ ਸੁੰਦਰ ਵਿਚਾਰ, ਸਤਿਗੁਰੂ ਜੀ ਕਿਰਪਾ ਕਰਨ ਸਾਡੇ ਸਭਨਾਂ ਦੇ ਮਨਾਂ ਦੇ ਤਨਾਂ ਵਿੱਚ ਐਸੀਆਂ ਜਿਹੜੀਆਂ ਸੁੰਦਰ ਵਿਚਾਰਾਂ ਲੀਨ ਹੋਣ, ਜਿਸ ਕਰਕੇ ਅਸੀਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਤੁਛ ਜਹੀ ਬੁੱਧੀ ਹੋਣ ਕਰਕੇ ਅਨੇਕਾਂ ਪ੍ਰਕਾਰ ਦੀਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਇੱਥੇ ਸੰਪੂਰਨਤਾ ਕਰੀਏ ਜੀ। ਨਾਨਕ ਬਾਸ਼ੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆਹੁ। ਮੰਗਰ ਪ੍ਰਭ ਆਰਾਧਨਾ ਬਹੁੜ ਨ ਜਨਮੜਿਆਹੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।